बहुत बहुत स्वागत निੱਘਾ स्वागत ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ ਪ੍ਰੋਗਰਾਮ ਗੱਲਾਂ ਦੇ ਗੀਤ ਲੈ ਕੇ ਹਾਜ਼ਰ। ਅੱਜ ਅਸੀਂ ਨਾਰੀ ਸਸ਼ਕਤੀਕਰਨ ਦੀ ਗੱਲ ਕਰਦੇ ਹਾਂ। ਨਾਰੀ ਨੂੰ ਅੱਗੇ ਆਉਣਾ ਚਾਹੀਦਾ ਹੈ ਔਰ ਬੇਸ਼ੱਕ ਨਾਰੀ ਅੱਗੇ ਆ ਰਹੀ ਹੈ, ਹਰ ਖੇਤਰ ਦੇ ਵਿੱਚ ਮੱਲਾ ਮਾਰ ਰਹੀ ਹੈ ਔਰ ਸਾਨੂੰ ਉਹਦੇ ਉੱਤੇ ਫਖਰ ਹੈ, ਮਾਣ ਵਾਲੀ ਗੱਲ ਹੈ। ਇਹ ਸ਼ੁਰੂਆਤ ਬਹੁਤ ਪਹਿਲਾਂ ਹੋ ਗਈ ਸੀ, ਜਦੋਂ ਸਾਨੂੰ ਆਜ਼ਾਦੀ ਵੀ ਨਹੀਂ ਮਿਲੀ ਸੀ। ਉਦੋਂ ਵੀ ਕਈ ਐਸੀਆਂ ਨਾਰੀਆਂ ਅੱਗੇ ਆਈਆਂ ਜਿਨ੍ਹਾਂ ਨੇ ਆਜ਼ਾਦੀ ਦੀ ਘੋਲ ਦੇ ਵਿੱਚ ਆਪਣਾ ਯੋਗਦਾਨ ਪਾਇਆ। ਉਹਨਾਂ ਦਾ ਨਾ ਜਦੋਂ ਤੱਕ ਜ਼ਿਕਰ ਵਿੱਚ ਨਾ ਲਿਆਂਦਾ ਜਾਵੇ ਅਸੀਂ ਆਜ਼ਾਦੀ ਦਾ ਇਤਿਹਾਸ ਪੂਰਾ ਨਹੀਂ ਕਰ ਸਕਦੇ। ਇੱਕ ਐਸੀ ਸ਼ਖਸੀਅਤ ਜਿਨ੍ਹਾਂ ਦਾ ਅੱਜ ਦੇ ਦਿਨ ਯਾਨੀ 13 ਫਰਵਰੀ ਨੂੰ ਜਨਮ ਹੋਇਆ, ਸਰੋਜਨੀ ਨਾਇਡੂ, ਉਹਨਾਂ ਦੇ ਉੱਤੇ ਸਾਨੂੰ ਫਖਰ ਹੈ। ਭਾਰਤ ਦੀ ਕੋਕਿਲਾ, ਨਾਈਟਿੰਗੇਲ, ਬਹੁਤ ਖੂਬਸੂਰਤ ਆਵਾਜ਼ ਦੀ ਮਾਲਿਕਾ, ਬਹੁਤ ਪੜ੍ਹੇ ਲਿਖੇ, ਬਹੁਤ ਇੰਟੈਲੀਜੈਂਟ ਔਰ ਇਹਨਾਂ ਦਾ ਖਾਸ ਯੋਗਦਾਨ ਹੈ ਆਜ਼ਾਦੀ ਦੀ ਲੜਾਈ ਦੇ ਵਿੱਚ। ਸਮਾਜ ਨੂੰ ਕਿੱਦਾਂ ਸੁਧਾਰਨਾ ਹੈ, ਸਮਾਜ ਦੇ ਵਿੱਚ ਜਿਹੜੀਆਂ ਕੁਰੀਤੀਆਂ ਨੇ ਉਹਨਾਂ ਦਾ ਇਲਾਜ ਕੀ ਹੈ, ਖੂਬ ਇਹਦੇ ਉੱਤੇ ਉਹਨਾਂ ਦੇ ਪ੍ਰਯੋਗ ਨੇ ਜਿਨ੍ਹਾਂ ਨੂੰ ਉਹਨਾਂ ਨੇ ਪ੍ਰਯੋਗ ਦੇ ਵਿੱਚ ਲਿਆਂਦਾ ਉਸ ਵਕਤ ਦੇ ਸਮਾਜ ਨੂੰ ਠੀਕ ਕਰਨ ਲਈ। ਸੋ ਗਾਂਧੀ ਜੀ ਦੇ ਨਾਲ ਵੀ ਕੰਮ ਕੀਤਾ, ਵੱਖ-ਵੱਖ ਆਜ਼ਾਦੀ ਦੀਆਂ ਮੂਵਮੈਂਟਸ ਦੇ ਨਾਲ ਵੀ ਉਹ ਜੁੜੇ ਰਹੇ ਨੇ ਔਰ ਆਜ਼ਾਦੀ ਤੋਂ ਬਾਅਦ ਵੀ ਕਈ ਕਿਤਾਬਾਂ, ਕਈ ਪੋਇਮਸ ਅੱਜ ਵੀ ਉਹਨਾਂ ਦੀਆਂ ਸਿਲੇਬਸ ਦਾ ਹਿੱਸਾ ਨੇ, ਸਾਡੇ ਕਾਲਜਸ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਈਆਂ ਜਾਂਦੀਆਂ ਨੇ। ਉਹਨਾਂ ਬਾਰੇ ਤਮਾਮ ਜਾਣਕਾਰੀ ਅਸੀਂ ਹਾਸਿਲ ਕਰਾਂਗੇ। ਸਾਡੇ ਨਾਲ ਮੌਜੂਦ ਨੇ ਸਟੂਡੀਓਜ਼ ਦੇ ਵਿੱਚ ਪ੍ਰੋਤਿਮਾ ਮੰਡੇਰ ਜੀ, ਜੋ ਕਿ ਮੁਖੀ ਨੇ ਇਤਿਹਾਸ ਵਿਭਾਗ HMV ਕਾਲਜ ਜਲੰਧਰ ਤੋਂ। ਬਹੁਤ ਬਹੁਤ ਸਵਾਗਤ ਤੁਹਾਡਾ ਸ਼ੋਅ ਦੇ ਵਿੱਚ। ਸ਼ੁਕਰੀਆ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਜਾਣਨਾ ਚਾਹਾਂਗੇ, ਕਿਉਂਕਿ ਕਹਿੰਦੇ ਨੇ ਕਿ ਬੱਚੇ ਦਾ ਪਤਾ ਲੱਗ ਜਾਂਦਾ ਹੈ ਛੋਟੇ ਉਮਰ ਦੇ ਵਿੱਚ ਹੀ ਕਿ ਉਹ ਵੱਡਾ ਹੋ ਕੇ ਕੀ ਬਣੇਗਾ। ਸੋ ਸਰੋਜਨੀ ਨਾਇਡੂ ਦੇ ਬਚਪਨ ਬਾਰੇ ਕੁਝ ਦੱਸੋ ਕਿ ਬਚਪਨ ਦੇ ਵਿੱਚ ਕਿਹੜੇ ਗੁਣ ਸਾਹਮਣੇ ਆਏ ਉਹਨਾਂ ਦੇ। ਹਾਂਜੀ, ਪਹਿਲੀ ਗੱਲ ਤਾਂ ਥੋੜਾ ਜਿਹਾ ਜਨਮ ਬਾਰੇ ਜੇ ਗੱਲ ਕਰੀਏ ਆਪਾਂ ਤੇ ਉਹਨਾਂ ਦਾ ਜਨਮ ਦਿਹਾੜਾ ਜਿਵੇਂ ਤੁਸੀਂ ਦੱਸਿਆ ਕਿ ਅੱਜ 13 ਫਰਵਰੀ ਨੂੰ ਹੈ ਔਰ ਉਹਨਾਂ ਦਾ ਜਨਮ ਇੱਕ ਹਿੰਦੂ ਬੰਗਾਲੀ ਬ੍ਰਾਹਮਣ ਫੈਮਿਲੀ ਦੇ ਵਿੱਚ ਹੋਇਆ। ਸਰੋਜਨੀ ਨਾਇਡੂ ਨਾ ਕੇਵਲ ਇੱਕ ਪੋਇਟਿਸ, ਇੱਕ ਫੈਮਿਨਿਸਟ, ਇੱਕ ਪੋਲੀਟੀਕਲ ਐਕਟਿਵਿਸਟ, ਪਰ ਉਹਨਾਂ ਨੂੰ ਇੱਕ ਬਹੁਤ ਇੰਪੋਰਟੈਂਟ ਸ਼੍ਰੇ ਇਹ ਹੈਗਾ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੀ ਉਹ ਪਹਿਲੀ ਮਹਿਲਾ ਪ੍ਰਧਾਨ ਵੀ ਬਣੇ ਔਰ ਗਵਰਨਰ ਆਫ ਦੀ ਇੰਡੀਅਨ ਸਟੇਟ ਜਿਹੜੀ ਹੈ ਇੰਡੀਪੈਂਡੈਂਸ ਤੋਂ ਬਾਅਦ ਬਣੀ। ਓਬਵੀਅਸਲੀ ਇੰਨੀ ਵੱਡੀ ਉਪਲਬਧੀਆਂ ਜਿਹੜੀਆਂ ਨੇ, ਜਿਵੇਂ ਤੁਸੀਂ ਕਿਹਾ ਹੈ, ਉਹ ਜਨਮ ਦੇ ਵਿੱਚ ਉਹਨਾਂ ਦਾ ਐਜ਼ ਅ ਚਾਈਲਡ, ਪਹਿਲਾਂ ਤਾਂ ਉਹਨਾਂ ਦਾ ਨਾਮ ਹੀ ਉਹ ਜਿਹੜਾ ਹੈ ਲੋਟਸ, ਉਹਦਾ ਨਾਮ, ਉਹਨਾਂ ਦਾ ਸ਼ਾਬਦਿਕ ਜਿਹੜਾ ਨਾਮ ਹੈ ਸਰੋਜਨੀ, ਉਸ ਦਾ ਮਤਲਬ ਲੋਟਸ ਹੈ, ਕਮਲ। ਹਾਂਜੀ ਬਿਲਕੁਲ। ਔਰ ਬੜੇ ਹੀ ਇਮੋਸ਼ਨਲ, ਸੈਂਟੀਮੈਂਟਲ ਕਿਸਮ ਦੇ ਬੱਚੇ ਸਨ। ਔਰ ਮੈਂ ਇਹ ਵੀ ਕਹਾਂਗੀ ਕਿ ਜੋ ਸਰੋਜਨੀ ਨਾਇਡੂ ਅੱਜ ਆਪਾਂ ਜਿਨ੍ਹਾਂ ਬਾਰੇ ਗੱਲ ਕਰ ਰਹੇ ਹਾਂ, ਉਹਨਾਂ ਦਾ ਪਰਿਵਾਰਿਕ ਪਿਛੋਕੜ ਜਿਹੜਾ ਹੈ, ਉਹਨਾਂ ਦੀ ਸ਼ਖਸੀਅਤ ਨੂੰ ਉਸਨੇ ਢਾਲਿਆ। ਤੇ ਸਭ ਤੋਂ ਪਹਿਲਾਂ ਮੈਂ ਉਹਨਾਂ ਦੇ ਪਿਤਾ ਦੇ ਬਾਰੇ ਜੇ ਮੈਂ ਗੱਲ ਕਰਾਂ ਤਾਂ ਅਘੋਰ ਨਾਥ ਚਟੋਪਾਧਿਆ, ਇੱਕ ਇਹ ਜਿਹਾ ਨਾਮ ਜੋ ਕਿ ਉਸ ਟਾਈਮ ਦੇ ਵਿੱਚ ਨਿਜ਼ਾਮ ਕਾਲਜ ਹੈਦਰਾਬਾਦ ਦੇ ਪ੍ਰਿੰਸੀਪਲ ਸਨ। ਔਰ ਜੇਕਰ ਆਪਾਂ ਇਹਨਾਂ ਦੀ ਜ਼ਿੰਦਗੀ ਨੂੰ ਵੀ ਦੇਖੀਏ ਤੇ ਕੋਈ ਬਹੁਤ ਅਮੀਰ ਫੈਮਿਲੀ ਦੇ ਨਾਲ ਬਿਲੋਂਗ ਨਹੀਂ ਕਰਦੇ ਸੀ, ਪਰ ਵਿੱਦਿਆ ਦੇ ਬਹੁਤ ਜ਼ਿਆਦਾ ਧਨੀ ਸਨ ਔਰ ਇਸ ਕਰਕੇ ਉਹਨਾਂ ਨੂੰ ਸਕਾਲਰਸ਼ਿਪ ਮਿਲੀ, ਗਿਲਕ੍ਰਿਸਟ ਸਕਾਲਰਸ਼ਿਪ। ਲੰਡਨ ਦੇ ਐਡਿਨਬਰਗ ਕਾਲਜ ਦੇ ਵਿੱਚ ਉਹ ਪੜ੍ਹੇ ਜੀ ਔਰ ਬਾਅਦ ਦੇ ਵਿੱਚ ਬੌਨ ਯੂਨੀਵਰਸਿਟੀ ਵਿੱਚ ਗਏ ਔਰ ਪਹਿਲੇ ਹਿੰਦੁਸਤਾਨੀ ਹੋਏ ਜਿਨ੍ਹਾਂ ਨੂੰ ਡਾਕਟਰ ਆਫ ਸਾਇੰਸ ਦੀ ਡਿਗਰੀ ਵੀ ਮਿਲੀ। ਜੇ ਆਪਾਂ ਉਹਨਾਂ ਦੀ ਮਦਰ ਦੇ ਬਾਰੇ ਗੱਲ ਕਰੀਏ ਤਾਂ ਬਰਾਦਾ ਸੁੰਦਰੀ ਇੱਕ ਪੋਇਟਿਸ ਸੀ। ਸੋ ਉਹਨਾਂ ਦੇ ਫਾਦਰ ਤੋਂ ਉਹਨਾਂ ਨੂੰ ਇੱਕ ਇਹ ਜਿਹਾ ਗੁਣ ਮਿਲਿਆ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਸਾਰੀ ਲੈਂਗੁਏਜਸ ਦਾ ਅਧਿਐਨ ਸੀ। ਤੁਸੀਂ ਇੰਗਲਿਸ਼ ਦੀ ਗੱਲ ਕਰੋ, ਹਬਰਿਊ ਦੀ ਗੱਲ ਕਰੋ, ਜਰਮਨ, ਫਰਾਂਸ, ਸੰਸਕ੍ਰਿਤ, ਸਾਰੀ ਲੈਂਗੁਏਜਸ ਦਾ ਉਹਨਾਂ ਨੂੰ ਅਧਿਐਨ ਸੀ। ਔਰ ਆਪਣੀ ਮਾਤਾ ਜੀ ਤੋਂ ਇੱਕ ਪੋਇਟਿਸ ਜਿਹੜੀ ਆਪਾਂ ਕਹਿੰਦੇ ਹਾਂ ਨਾਈਟਿੰਗੇਲ, ਕੋਕਿਲਾ, ਉਸ ਦਾ ਜਿਹੜਾ ਹੈ ਉਸ ਤੋਂ ਮਿਲਿਆ। ਤੇ ਮੈਂ ਕਹਾਂਗੀ ਕਿ ਜਦੋਂ ਆਪਾਂ ਉਹਨਾਂ ਦੇ ਐਜੂਕੇਸ਼ਨ ਦੀ ਵੀ ਗੱਲ ਕਰਦੇ ਹਾਂ ਤੇ ਸਭ ਤੋਂ ਪਹਿਲੀ ਗੱਲ ਹੈ ਕਿ ਐਜੂਕੇਸ਼ਨ ਦੇ ਵਿੱਚ ਯੂਨੀਵਰਸਿਟੀ ਆਫ ਮੈਡਰਾਸ ਤੋਂ ਉਹਨਾਂ ਨੇ ਆਪਣੀ ਮੈਟ੍ਰਿਕੂਲੇਸ਼ਨ ਕੀਤੀ ਔਰ ਇਸ ਤੋਂ ਬਾਅਦ ਇੱਕ ਪਲੇ ਉਹਨਾਂ ਨੇ ਲਿਖਿਆ ਜਿਹੜਾ ਹੈ ਮਿਹਰ ਮੁੰਨੀ। ਜਿਵੇਂ ਕਿ ਅੱਜ ਦਾ ਫਾਦਰ ਵੀ ਆਪਣੇ ਡਾਟਰ ਬਾਰੇ ਬੜਾ ਖੁਸ਼ ਹੁੰਦੇ ਨੇ ਤੇ ਉਸੇ ਤਰ੍ਹਾਂ ਉਹਨਾਂ ਦੇ ਫਾਦਰ ਨੇ ਇਹ ਪਲੇ ਜਿਹੜਾ ਹੈ ਪ੍ਰਾਈਵੇਟ ਸਰਕੂਲੇਸ਼ਨ ਲਈ ਛਪਵਾਇਆ ਤੇ ਇਹ ਪਲੇ ਨਿਜ਼ਾਮ ਦੇ ਕੋਲ ਗਿਆ। ਜਿਵੇਂ ਹੀ ਨਿਜ਼ਾਮ ਸਾਹਿਬ ਨੇ ਇਸ ਨੂੰ ਪੜ੍ਹਿਆ, ਉਹਨਾਂ ਨੇ ਉਹਨਾਂ ਦੇ ਲਈ ਸਕਾਲਰਸ਼ਿਪ ਕੀਤੀ ਔਰ ਸਰੋਜਨੀ ਨਾਇਡੂ ਲੰਡਨ ਦੇ ਕਿੰਗਸ ਕਾਲਜ ਤੇ ਬਾਅਦ ਦੇ ਵਿੱਚ ਕੈਂਬਰਿਜ ਦੇ ਵਿੱਚ ਪੜ੍ਹੇ। ਸੋ ਕੁਝ ਪਰਿਵਾਰਿਕ ਪਿਛੋਕੜ ਇਹ ਜਿਹਾ ਸੀ ਕਿ ਜਿਹੜੀ ਉਹਨਾਂ ਦੀ ਸ਼ਖਸੀਅਤ ਜਿਹੜੀ ਹੈ ਉੱਭਰ ਕੇ ਸਾਹਮਣੇ ਆਈ।
ਓਕੇ, ਮਤਲਬ ਪਰਿਵਾਰ ਦੇ ਵਿੱਚ ਹੀ ਉਹਨਾਂ ਨੂੰ ਇਹ ਸਾਰਾ ਮਾਹੌਲ ਮਿਲਦਾ ਹੈ ਜਿਹਦੇ ਵਿੱਚ ਬਿਲਕੁਲ, ਉਹਨਾਂ ਦੇ ਗੁਣ ਬਿਲਕੁਲ। ਨਿਖਰ ਕੇ ਹਾਂਜੀ। ਸਾਹਮਣੇ ਆਉਂਦੇ ਨੇ। ਸੋ ਸ਼ੁਰੂਆਤੀ ਜਿਹੜੀ ਉਹਨਾਂ ਦੀ ਵਿੱਦਿਆ ਹੈ, ਸਿੱਖਿਆ ਹੈ, ਉਹਦੇ ਵਿੱਚ ਪਰਿਵਾਰ ਦਾ ਕੀ ਯੋਗਦਾਨ ਰਿਹਾ? ਕਿਉਂਕਿ ਇੱਕ ਤਾਂ ਬੱਚਾ ਜਾਂਦਾ ਹੈ ਸਕੂਲ ਦੇ ਵਿੱਚ ਪੜ੍ਹ ਕੇ ਆਉਂਦਾ ਹੈ, ਤੁਸੀਂ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਕਾਰਨ ਉਹਨਾਂ ਨੂੰ ਬਹੁਤ ਸਾਰੀਆਂ ਭਾਸ਼ਾਵਾਂ ਦਾ ਗਿਆਨ ਹੋ ਗਿਆ ਸੀ। ਕੋਈ ਖਾਸ, ਕਿਉਂਕਿ ਮਾਤਾ ਜੀ ਵੀ ਕਵਿੱਤਰੀ ਨੇ, ਉਹਨਾਂ ਦਾ ਯੋਗਦਾਨ, ਤੇ ਬਾਕੀ ਭੈਣ ਭਰਾ ਉਹਨਾਂ ਦਾ ਕੀ ਯੋਗਦਾਨ ਰਿਹਾ? ਦੇਖੋ, ਇਹ ਵੈਸੇ ਇਹ ਸਭ ਤੋਂ ਵੱਡੇ ਸੀ ਉਹਨਾਂ ਦੇ 8 ਭੈਣ ਭਰਾਵਾਂ ਵਿੱਚੋਂ, ਐਂਡ ਉਹਨਾਂ ਦੇ ਇੱਕ ਬ੍ਰਦਰ ਜਿਹੜੇ ਨੇ ਬਰਿੰਦਰਨਾਥ, ਬਰਲਿਨ ਕਮੇਟੀ ਵਰਲਡ ਵਾਰ ਦੇ ਦੌਰਾਨ ਉਹਦੇ ਨਾਲ ਸੰਬੋਧਿਤ ਸਨ, ਕਮਿਊਨਿਸਟ ਵੀ ਰਹੇ ਸਨ। ਇਹਨਾਂ ਦੇ ਛੋਟੇ ਬ੍ਰਦਰ ਹਿਰਿੰਦਰ ਜਿਹੜੇ ਨੇ ਉਹ ਵੀ ਇੱਕ ਪੋਇਟ ਸੀ, ਡਰਾਮੈਟਿਸਟ ਸੀ। ਇਹਨਾਂ ਦੀ ਜਿਹੜੇ ਸਿਸਟਰਸ ਨੇ, ਦੇ ਵਰ ਆਲਸੋ ਕਨੈਕਟਡ ਵਿਦ ਦ ਕਲਚਰ ਆਫ ਇੰਡੀਆ, ਤੇ ਡਾਂਸਰਸ ਦੇ ਤੌਰ ਤੇ ਰਹੇ ਨੇ। ਸੋ ਸ਼ਾਇਦ ਸਰੋਜਨੀ ਨਾਇਡੂ ਦੀ ਜਿਹੜੀ ਖਾਸ ਗੱਲ ਹੈ ਕਿ ਉਹਨਾਂ ਨੂੰ ਸਾਰੀ ਭਾਸ਼ਾਵਾਂ ਦਾ ਗਿਆਨ ਸੀ, ਔਰ ਉਹ ਜਿਹੜੀ ਭਾਸ਼ਾਵਾਂ ਦਾ ਗਿਆਨ ਜਿਹੜਾ ਹੈ ਆਪਣੇ ਫਾਦਰ ਤੋਂ ਉਹਨਾਂ ਨੇ ਇਸ ਨੂੰ ਇਮਬਾਈਬ ਕੀਤਾ। ਇੱਕ ਬੜੀ ਮਜ਼ੇਦਾਰ ਗੱਲ ਮੈਂ ਉਹਨਾਂ ਬਾਰੇ ਸ਼ੇਅਰ ਕਰਨਾ ਚਾਹਾਂਗੀ। ਵੈਸੇ ਤਾਂ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਨੇ ਉਹ ਉਹਨਾਂ ਦੀ ਕੈਮਿਸਟਰੀ ਵੱਲ ਬੜਾ ਰੁਝਾਨ ਸੀ, ਤੇ ਉਹ ਚਾਹੁੰਦੇ ਸੀ ਕਿ ਉਹਨਾਂ ਦੀ ਬੇਟੀ ਜਿਹੜੀ ਹੈ ਉਹ ਵੀ ਕੈਮਿਸਟਰੀ ਜਾਂ ਮੈਥਮੈਟਿਕਸ ਦੇ ਵਿੱਚ ਕੰਮ ਕਰੇ। ਤੇ ਕਹਿੰਦੇ ਨੇ ਜਦੋਂ ਐਲਜੈਬਰਾ ਦਾ ਸਮ ਸੋਲਵ ਕਰ ਰਹੇ ਸੀ, ਐਲਜੈਬਰਾ ਦਾ ਸਮ ਤਾਂ ਉਹ ਸੋਲਵ ਨਹੀਂ ਕਰ ਸਕੇ, ਬਟ ਉਹਨਾਂ ਨੇ 1300 ਲਾਈਨ ਦੀ ਇੱਕ ਪੋਇਮ ਲਿਖ ਦਿੱਤੀ। ਤੇ ਜਦੋਂ ਉਹਨਾਂ ਦੇ ਫਾਦਰ ਸਾਹਿਬ ਨੇ ਉਹ ਪੋਇਮ ਪੜ੍ਹੀ ਤੇ ਉਹਨਾਂ ਨੂੰ ਲੱਗਿਆ ਕਿ ਵਾਕਈ ਇਹਨਾਂ ਦੇ ਵਿੱਚ ਜਿਹੜੀ ਉਹ ਪੋਇਟਿਸ ਜਿਹੜੀ ਹੈ ਉਹ ਵਾਕਈ ਕਮਾਲ ਦੀ ਹੈ। ਔਰ ਇਹ ਪੋਇਮ ਲਿਖਣ ਦੇ ਵਿੱਚ 6 ਦਿਨ ਲੱਗੇ, ਤੇ ਫਿਰ ਉਹਨਾਂ ਨੇ 2000 ਸ਼ਬਦਾਂ ਦੀ ਜਿਹੜੀ ਹੈ ਇੱਕ ਹੋਰ ਪੋਇਮ ਲਿਖ ਦਿੱਤੀ। ਸੋ ਇਸ ਤਰੀਕੇ ਦੇ ਨਾਲ ਉਹਨਾਂ ਦੇ ਅੰਦਰ ਜਿਹੜੀ ਇੱਕ ਪੋਇਟਿਸ ਬਣਨ ਦੀ ਚਾਹ ਹੈ, ਇੱਕ ਫਰੀडम ਫਾਈਟਰ ਦੀ ਚਾਹ ਹੈ, ਦੇਸ਼ ਪ੍ਰੇਮ ਦੀ ਚਾਹ ਹੈ, ਉਹ ਬਿਲਕੁਲ ਝਲਕਦੀ ਸੀ। ਠੀਕ ਹੈ ਜੀ, ਬਿਲਕੁਲ। ਮਤਲਬ ਇਹ ਹੈ ਕਿ ਪਰਿਵਾਰ ਦੇ ਵਿੱਚ ਹੀ ਅਜਿਹਾ ਮਾਹੌਲ ਮਿਲਦਾ ਹੈ, ਔਰ ਸਾਰੇ ਭੈਣ ਭਰਾ ਜਿਸ ਤਰ੍ਹਾਂ ਕਿ ਤੁਸੀਂ ਦੱਸਦੇ ਪਏ ਹੋ ਭਾਰਤ ਦੇ ਸੱਭਿਆਚਾਰ ਨਾਲ, ਭਾਰਤ ਦੀ ਸੰਸਕ੍ਰਿਤੀ ਦੇ ਨਾਲ ਜੁੜੇ ਹੋਏ ਨੇ। ਸੋ ਇਹ ਸਭ ਗੱਲਾਂ ਉਹਨਾਂ ਦੇ ਪਰਿਵਾਰ 'ਚ ਰਹੀਆਂ, ਕਿਉਂਕਿ ਉਸ ਵਕਤ ਦੇਸ਼ ਆਜ਼ਾਦ ਨਹੀਂ ਸੀ, ਗੁਲਾਮ ਸੀ। ਕੁਝ ਆਜ਼ਾਦੀ ਦੀਆਂ ਗੱਲਾਂ ਵੀ ਚੱਲੀਆਂ, ਕਿਉਂਕਿ ਬਾਅਦ ਦੇ ਵਿੱਚ ਜਦੋਂ ਉਹਨਾਂ ਦਾ ਆਜ਼ਾਦੀ ਦੇ ਮਾਹੌਲ ਦੇ ਵਿੱਚ ਆਉਣਾ, ਆਜ਼ਾਦੀ ਦੀ ਲੜਾਈ ਦੇ ਵਿੱਚ ਆਉਣਾ, ਸ਼ੁਰੂਆਤ ਤੋਂ ਹੀ ਕੁਝ ਬੀਜ ਪੁੰਗਰਨੇ ਸ਼ੁਰੂ ਹੋਏ ਸੀ ਘਰ ਦੇ ਵਿੱਚੋਂ। ਹਾਂਜੀ, ਜਿਵੇਂ ਤੁਹਾਨੂੰ ਦੱਸਿਆ ਕਿ ਇਹਨਾਂ ਦੇ ਬ੍ਰਦਰ ਜਿਹੜੇ ਨੇ ਉਹ ਵੀ ਫਰੀडम ਸਟਰਗਲ ਦੇ ਨਾਲ ਜੁੜੇ ਹੋਏ ਸੀ, ਨਾਲ ਡਰਾਮਾ ਲਿਖਦੇ ਸੀ। ਹਾਂਜੀ, ਡਰਾਮਾ ਵੀ ਲਿਖਦੇ ਸਨ। ਔਰ ਇਹਨਾਂ ਦੀ ਜਿਹੜੀ ਅਸਲੀ ਸ਼ੁਰੂਆਤ ਲੰਡਨ ਦੇ ਵਿੱਚ ਹੀ ਹੋ ਗਈ ਸੀ, ਜਦੋਂ ਇਹਨਾਂ ਨੇ ਲੰਡਨ ਦੇ ਵਿੱਚ ਰਹਿ ਕੇ ਸੂਫਰੇਜ ਮੂਵਮੈਂਟ, ਜਿਹਨੂੰ ਆਪਾਂ ਕਹਿੰਦੇ ਆ ਕਿ ਰਾਈਟ ਟੂ ਵੋਟ ਮੂਵਮੈਂਟ ਜਿਹੜੀ ਹੈ ਵੂਮਨ ਦੀ, ਉਸ ਨੂੰ ਸ਼ੁਰੂਆਤ ਕੀਤੀ ਸੀ। ਔਰ ਸ਼ਾਇਦ ਇੱਕ ਬੈਕਗਰਾਊਂਡ ਉਹਨਾਂ ਦੇ ਫਰੀडम ਸਟਰਗਲ ਦਾ ਬਣ ਗਿਆ ਸੀ, ਜੋ ਕਿ ਅੱਗੇ ਜਾ ਕੇ, ਜਿਵੇਂ ਕਿ ਗਾਂਧੀ ਜੀ ਕਹਿੰਦੇ ਹੈ ਮਾਈ ਐਕਸਪੈਰੀਮੈਂਟਸ ਵਿਦ ਟਰੂਥ, ਸੇ ਉਹਨਾਂ ਦੇ ਐਕਸਪੈਰੀਮੈਂਟਸ ਜਿਹੜੇ ਨੇ ਪੋਲੀਟੀਕਲ ਜਿਹੜਾ ਹੈ ਫਾਈਟ ਦੇ ਵਿੱਚ, ਪੋਲੀਟੀਕਲ ਫਰੀडम ਸਟਰਗਲ ਦੇ ਵਿੱਚ ਜਿਹੜੇ ਨੇ ਉਹ ਲੰਡਨ ਤੋਂ ਹੀ ਸ਼ੁਰੂ ਹੋ ਗਏ ਸਨ। ਸੋ ਲੰਡਨ ਜਾਣ ਦਾ ਇਹ ਸਾਰਾ ਕਿੱਦਾਂ ਦੌਰ ਬਣਿਆ? ਕਿਉਂਕਿ ਤੁਸੀਂ ਦੱਸਿਆ ਹੈ ਕਿ ਪਰਿਵਾਰ ਇੰਨਾ ਅਮੀਰ ਨਹੀਂ ਸੀ, ਤੇ ਲੰਡਨ ਜਾਣ ਦਾ ਬੜਾ ਖਰਚਾ ਹੁੰਦਾ ਸੀ ਉਦੋਂ ਵੀ। ਸੋ ਇਹ ਕਿੱਦਾਂ ਸਾਰਾ ਸਬਬ ਬਣਿਆ? ਕਿੱਦਾਂ ਪਹੁੰਚਦੇ ਨੇ ਇੰਗਲੈਂਡ ਉਹ ਪੜ੍ਹਨ ਵਾਸਤੇ? ਕੌਣ ਭੇਜਦਾ ਹੈ ਤੇ ਕਾਰਨ ਕੀ ਬਣੇ ਉੱਥੇ ਜਾਣ ਦੇ? ਹਾਂਜੀ, ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਇਹਨਾਂ ਦੀ ਇੱਕ ਪਲੇ ਜਿਹੜਾ ਹੈ ਮੇਹਰ ਮੁਨੀ, ਜਿਸ ਨੂੰ ਉਹਦੇ ਫਾਦਰ ਨੇ ਪ੍ਰਾਈਵੇਟ ਸਰਕੂਲੇਸ਼ਨ ਦੇ ਵਿੱਚ ਕੀਤਾ, ਔਰ ਜਦੋਂ ਨਿਜ਼ਾਮ ਦੇ ਹੱਥ ਵਿੱਚ ਆਇਆ ਤਾਂ ਨਿਜ਼ਾਮ ਉਹਨਾਂ ਦੇ ਲਿਖਤੀ ਪ੍ਰਭਾਵ ਤੋਂ ਇੰਨੇ ਜ਼ਿਆਦਾ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਉਹਨੂੰ ਸਕਾਲਰਸ਼ਿਪ ਦਿੱਤੀ। ਔਰ ਦੇਖੋ, ਉਸ ਜ਼ਮਾਨੇ ਦੇ ਵਿੱਚ ਤੁਸੀਂ ਅੱਜ ਵੀ ਜੇ ਗੂਗਲ ਦੇ ਵਿੱਚ ਉਹਨਾਂ ਦੀਆਂ ਸਪੀਚਸ ਸੁਣੋਗੇ ਤੇ ਬਾਖੂਬੀ ਅੰਗਰੇਜ਼ੀ ਸ਼ਬਦਾਂ ਦਾ ਜਿਹੜਾ ਇਸਤੇਮਾਲ ਹੈ ਔਰ ਕਿਸ ਤਰੀਕੇ ਦੀ ਓਰੇਟਰੀ ਸਕਿੱਲਸ ਹੈ, ਸ਼ਾਇਦ ਉਹ ਇਸੇ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹਨਾਂ ਦੀ ਐਜੂਕੇਸ਼ਨ ਜੋ ਕਿ ਕਿੰਗਸ ਕਾਲਜ ਇੰਗਲੈਂਡ ਦੇ ਵਿੱਚ ਜਾਂ ਕੈਂਬਰਿਜ ਦੇ ਵਿੱਚ ਗਿਲਕ੍ਰਿਸਟ ਕਾਲਜ ਦੇ ਵਿੱਚ ਹੋਈ ਹੈ, ਜਿਸ ਤਰੀਕੇ ਨਾਲ ਇਹਨਾਂ ਕਾਲਜਸ ਨੇ ਉਹਨਾਂ ਦੀ ਸ਼ਖਸੀਅਤ ਨੂੰ ਸੰਭਾਲਿਆ ਹੈ, ਉਸ ਨੂੰ ਇੱਕ ਤਰੀਕੇ ਨਾਲ ਸ਼ੇਪ ਦਿੱਤੀ ਹੈ। ਠੀਕ ਹੈ ਜੀ, ਫਿਰ ਉਸ ਤੋਂ ਬਾਅਦ ਉਹ ਇੰਗਲੈਂਡ ਜਾਂਦੇ ਨੇ। ਇੰਗਲੈਂਡ ਕਿਸ ਸਬਜੈਕਟ ਦੇ ਵਿੱਚ ਉਹਨਾਂ ਨੇ ਆਪਣੀ ਸਟੱਡੀਜ਼ ਕੀਤੀਆਂ? ਇੰਗਲਿਸ਼ ਜਿਹੜਾ ਹੈ ਉਹ ਬੇਸਿਕਲੀ ਹਿਊਮੈਨਿਟੀਜ਼ ਦੇ ਵਿੱਚ, ਲਿਟਰੇਚਰ ਦੇ ਵਿੱਚ, ਔਰ ਉੱਥੋਂ ਦੇ 2 ਬੜੇ ਨਾਮੀ ਨੋਬਲ ਲਿਟਰਰੀ ਲੋਰੇਟਸ ਨੇ, ਐਡਮੰਡ ਗੂਜ਼ ਤੇ ਆਰਥਰ ਸਿਨੋਨਿਮਸ ਜਿਹੜੇ ਨੇ, ਇਹਨਾਂ ਨੇ ਉਹਨਾਂ ਦੀ ਪੋਇਟਰੀ ਨੂੰ ਦੇਖਿਆ ਔਰ ਵਾਕਈ ਹੀ ਉਸ ਨੂੰ ਹੋਰ ਨਿਖਾਰਨ ਦੀ ਕੋਸ਼ਿਸ਼ ਵੀ ਕੀਤੀ। ਸੋ ਪੋਇਟਰੀ ਦੇ ਲਿਹਾਜ਼ ਨਾਲ, ਹਿਊਮੈਨਿਟੀਜ਼ ਦੇ ਲਿਹਾਜ਼ ਨਾਲ ਉਹਨਾਂ ਨੇ ਆਪਣੀ ਜਿਹੜੀ ਹੈ ਸਟੱਡੀ ਇੰਗਲੈਂਡ ਦੇ ਵਿੱਚ ਕੀਤੀ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਗਾਂਧੀ ਜੀ ਦੀ ਲਾਈਫ ਦੇ ਵਿੱਚ ਸਾਊਥ ਅਫਰੀਕਾ ਦਾ ਮੂਵਮੈਂਟ ਕਾਫੀ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਉਹਨਾਂ ਦੀ ਸ਼ਖਸੀਅਤ ਨੂੰ। ਉੱਥੋਂ ਇੱਕ ਮਹਾਤਮਾ ਦਾ ਰੂਪ ਬਣ ਕੇ ਉਹ ਨਿਕਲਦੇ ਨੇ, ਜਿਹੜੇ ਭਾਰਤ ਵਿੱਚ ਆ ਕੇ ਫਿਰ ਕੰਮ ਕਰਦੇ ਨੇ। ਠੀਕ ਉਸੇ ਤਰ੍ਹਾਂ ਤੁਸੀਂ ਸਰੋਜਨੀ ਨਾਇਡੂ ਜੀ ਦਾ ਦੱਸਿਆ ਕਿ ਉਹਨਾਂ ਨੇ ਵੋਟ ਦੇ ਅਧਿਕਾਰ ਨੂੰ ਲੈ ਕੇ ਕਿ ਇਸਤਰੀਆਂ ਨੂੰ ਵੀ ਵੋਟ ਪਾਉਣ ਦਾ ਅਧਿਕਾਰ ਹੋਣਾ ਚਾਹੀਦਾ ਹੈ।
ਇੰਗਲੈਂਡ ਦੇ ਵਿੱਚ ਉਸ ਮੂਵਮੈਂਟ ਨੂੰ, ਉਸ ਮੁਹਿੰਮ ਨੂੰ ਚਲਾਇਆ, ਉਹਦੇ ਕੀ ਨਤੀਜੇ ਨਿਕਲੇ? ਉਹ ਸਟਰਗਲ ਕੀ ਸੀ ਜਿਹੜਾ ਪੂਰੀ ਉਹਨਾਂ ਦੀ ਸ਼ਖਸੀਅਤ ਬਦਲ ਦਿੱਤੀ, ਜੋ ਆਜ਼ਾਦੀ ਦੀ ਲੜਾਈ ਭਾਰਤ ਦੇ ਵਿੱਚ ਵੀ ਇਸਤੇਮਾਲ ਹੁੰਦੀ ਹੈ? ਦੇਖੋ, ਜਦੋਂ ਪੋਲੀਟੀਕਲ ਫਰੀडम ਦੇ ਇੱਕ ਆਪਾਂ ਕਹਾਂਗੇ ਚਿੰਨ੍ਹ ਦੇ ਤੌਰ ਤੇ ਅਜੇ ਇੰਗਲੈਂਡ ਹੀ ਉਭਰੇ ਸੀ, ਇਹਨਾਂ ਦੌਰਾਨ ਉਹਨਾਂ ਦੀ ਮੁਲਾਕਾਤ ਮਹਾਤਮਾ ਗਾਂਧੀ ਨਾਲ ਹੁੰਦੀ ਹੈ। ਔਰ ਉਦੋਂ ਜਿਹੜੀ ਹੈ 1914 ਵਰਲਡ ਵਾਰ, ਵਿਸ਼ਵ ਯੁੱਧ ਪਹਿਲਾ ਸ਼ੁਰੂ ਹੋਇਆ ਸੀ, ਔਰ ਉਦੋਂ ਇੰਗਲੈਂਡ ਦੇ ਵਿੱਚ ਇਹ ਇੱਕ ਸੋਸ਼ਲ ਵਰਕਰ ਦੇ ਤੌਰ ਤੇ ਕੁਝ ਕੱਪੜੇ ਜਿਹੜੇ ਨੇ ਉਹ ਸੋਲਜਰਸ ਲਈ ਭਿਜਵਾਣੇ ਸੀ, ਤੇ ਉੱਥੇ ਹੀ ਪਹਿਲੀ ਮੁਲਾਕਾਤ ਗਾਂਧੀ ਜੀ ਨਾਲ ਹੋ ਗਈ ਸੀ। ਔਰ ਗਾਂਧੀ ਜੀ ਨੂੰ ਮਿਲਣ ਦੇ ਲਈ ਇਹ ਇੰਨੇ ਉਕਸਤ ਸੀ, ਤੇ ਉਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜਾ ਦੇਸ਼ ਪ੍ਰੇਮ ਦਾ ਜਜ਼ਬਾ ਇੰਗਲੈਂਡ ਦੇ ਵਿੱਚ ਵੀ ਆਉਣਾ ਸੀ, ਔਰ ਇਹ ਸਿਰਫ ਇੱਕ ਮੌਕੇ ਦੀ ਵੇਟ ਕਰ ਰਹੇ ਸੀ ਕਿ ਕਿਸ ਤਰੀਕੇ ਦੇ ਨਾਲ ਮੈਂ ਹਿੰਦੁਸਤਾਨ ਜਾ ਕੇ ਵੀ ਇਹ ਸਭ ਜਿਹੜਾ ਕੰਮ ਅੱਗੇ ਵੱਧ ਸਕੀਏ। ਜਦੋਂ ਗਾਂਧੀ ਜੀ ਅਫਰੀਕਾ ਤੋਂ ਵਾਪਸ ਆਏ, ਇੰਗਲੈਂਡ ਦੇ ਤੋਂ ਹੁੰਦੇ ਹੋਏ ਅੱਗੇ ਗਏ, ਤੇ ਉਸ ਟਾਈਮ ਵੀ ਇਹਨਾਂ ਨੇ ਮੌਕਾ ਨਹੀਂ ਛੱਡਿਆ। ਔਰ ਜਿਵੇਂ ਕਿ ਮੈਂ ਆਪਣੇ ਕਿਤਾਬਾਂ ਦੇ ਵਿੱਚ ਪੜ੍ਹ ਰਹੀ ਸੀ, ਤੇ ਬੜੇ ਔਖੇ ਹੋ ਕੇ ਉਹਨਾਂ ਨੇ ਗਾਂਧੀ ਜੀ ਨੂੰ ਇੱਕ ਖਿੜਕੀ ਵਿੱਚੋਂ ਦੇਖਿਆ, ਤੇ ਬੜਾ ਕਮਜ਼ੋਰ ਫਰਜਾਈਲ ਜੇ ਬੋਡੀ ਵਾਲਾ, ਤੇ ਬੜਾ ਥੋੜਾ ਜਿਹਾ ਖਾਣਾ ਜਾਂ ਖਾ ਰਹੇ ਨੇ, ਤੇ ਉਹ ਬੜੇ ਧਿਆਨ ਨਾਲ ਉਹਨੂੰ ਦੇਖਦੇ ਨੇ, ਤੇ ਗਾਂਧੀ ਜੀ ਵੀ ਆਪਣਾ ਖਾਣਾ ਖਾਂਦੇ ਹੋਏ ਦੇਖਦੇ ਨੇ ਕਿ ਕੋਈ ਉਹਨਾਂ ਨੂੰ ਦੇਖ ਰਿਹਾ ਹੈ, ਤੇ ਜਿਵੇਂ ਹੀ ਉਹਨਾਂ ਨੂੰ ਦੇਖਦੇ ਨੇ ਤੇ ਉਹ ਕਹਿੰਦੇ ਹੈ ਇੰਨਾ ਵੱਡਾ ਕੰਮ ਜਿਹੜਾ ਹੈ ਉਹ ਤੁਹਾਡੇ ਵਰਗੇ ਮਹਾਨ ਔਰਤ ਹੀ ਕਰ ਸਕਦੇ ਨੇ। ਔਰ ਇੱਥੋਂ ਦੋਨਾਂ ਦੇ ਸੰਬੰਧ ਬੜੇ ਚੰਗੇ ਰਹੇ, ਕਿਉਂਕਿ ਜਦੋਂ ਆਪਾਂ ਉਹਨਾਂ ਦੇ ਰਿਸਰਚਸ ਤੇ ਵੀ ਦੇਖਦੇ ਨੇ, ਗਾਂਧੀ ਜੀ ਸਰੋਜਨੀ ਨਾਇਡੂ ਨੂੰ ਮਾਈ ਡੀਅਰ ਫਰੈਂਡ, ਮੀਰਾ ਬਾਈ ਡੀਅਰ ਸਿਸਟਰ ਦੇ ਤੌਰ ਤੇ ਸੰਬੋਧਨ ਕਰਦੇ ਨੇ। ਔਰ ਇੱਥੇ ਗਾਂਧੀ ਜੀ ਦਾ ਯੋਗਦਾਨ ਬਹੁਤ ਇੰਪੋਰਟੈਂਟ ਹੈ ਉਹਨਾਂ ਨੂੰ ਹਿੰਦੁਸਤਾਨ ਦੇ ਵਿੱਚ ਇੱਕ ਪੋਲੀਟੀਕਲ ਐਕਟਿਵਿਸਟ ਬਣਾਉਣ ਦੇ ਵਿੱਚ। ਓਕੇ, ਫਿਰ ਉਸ ਤੋਂ ਬਾਅਦ ਉਹ ਸਕਸੈਸਫੁਲ ਕਾਮਯਾਬ ਹੁੰਦੇ ਨੇ ਉਸ ਮੁਹਿੰਮ ਦੇ ਵਿੱਚ ਜਿਹੜੀ ਇੰਗਲੈਂਡ ਦੇ ਵਿੱਚ ਚੱਲ ਰਹੀ, ਕਿਉਂਕਿ ਕਾਮਯਾਬੀ ਨਾਕਾਮਯਾਬੀ ਸਾਡੇ ਉੱਤੇ, ਸਾਡੇ ਮਨ ਦੇ ਉੱਤੇ ਪ੍ਰਭਾਵ ਪਾਉਂਦੀ ਹੈ। ਦੇਖੋ, ਮੈਂ ਇਹ ਨਹੀਂ ਕਹੂੰਗੀ ਕਿ ਕਾਮਯਾਬ ਇਨ ਅ ਸੈਂਸ ਕਿ ਵੀ ਉਹਨਾਂ ਨੂੰ ਰਾਈਟਸ ਮਿਲ ਗਏ ਸੀ, ਬਟ ਕਾਮਯਾਬੀ ਦਾ ਤਰਫ ਜਿਹੜੇ ਨੇ ਕੁਝ ਕਦਮ ਚੱਕੇ ਗਏ ਸੀ। ਔਰ ਅੱਜ ਜੇ ਆਪਾਂ ਕਹਿੰਦੇ ਹੈ ਕਿ ਔਰਤਾਂ ਨੂੰ ਸਾਰੇ ਵਿਸ਼ਵ ਦੇ ਵਿੱਚ ਵੋਟਿੰਗ ਰਾਈਟਸ ਨੇ, ਔਰਤਾਂ ਨੂੰ ਮਰਦ ਦੇ ਬਰਾਬਰ ਸਮਝਿਆ ਗਿਆ ਹੈ, ਤਾਂ ਸ਼ੁਰੂਆਤ ਜਿਹੜੀ ਹੈ ਇੱਕ ਛੋਟਾ ਜਿਹਾ ਕਦਮ ਸੀ। ਸੋ ਮੈਨੂੰ ਲੱਗਦਾ ਉਹਨਾਂ ਦੀ ਇਹ ਸ਼ੁਰੂਆਤ ਅੱਜ ਜੋ ਮੈਂ ਤੁਹਾਡੇ ਕੋਲ ਬੈਠੀ ਹਾਂ, ਮੇਰੇ ਕਾਲਜ ਦੇ ਵਿੱਚ ਮੇਰੇ ਬੱਚੇ ਜਿਹੜੇ ਨੇ ਬਹੁਤ ਸਾਰੇ ਫੀਮੇਲ ਬੱਚੇ ਨੇ, ਇੱਕ ਫੀਮੇਲ ਟੀਚਰ ਪੜ੍ਹਾਉਂਦੀ ਹੈ, ਤੇ ਜਿਸ ਗੱਲ ਦੀ ਉਹਨਾਂ ਨੇ ਗੱਲ ਉਸ ਟਾਈਮ ਛੇੜ ਇੱਕ ਕੀਤੀ ਕਿ ਵੂਮਨ ਦੀ ਇਕੁਅਲ ਰਾਈਟਸ ਹੋਣ, ਮੈਨੂੰ ਲੱਗਦਾ ਹੈ ਕਿ ਆਪਾਂ ਸਭ ਉਸ ਦਾ ਨਤੀਜਾ ਬਾਖੂਬੀ ਦੇਖ ਸਕਦੇ ਹਾਂ। ਮਤਲਬ ਇਹ ਮੁਹਿੰਮ ਉਹਨਾਂ ਨੇ ਸ਼ੁਰੂ ਕੀਤੀ ਸੀ? ਹਾਂਜੀ, ਕਿ ਕਿਸੇ ਹੋਰ ਦੀ ਮੁਹਿੰਮ ਚਲਾਈ ਹੋਈ ਇਹਨਾਂ ਨੇ ਜੁਆਇਨ ਕੀਤਾ ਸੀ? ਨਹੀਂ, ਇਹਨਾਂ ਨੇ ਹੀ ਸ਼ੁਰੂ ਕੀਤੀ। ਦੇਖੋ, ਮੁਹਿੰਮ ਦੇ ਵਿੱਚ ਆਪਾਂ ਕਦੇ ਵੀ ਇੱਕ ਵਿਅਕਤੀ ਨੂੰ ਨਹੀਂ, ਕਦੇ ਨਾ ਕਦੇ ਜਿਹੜੇ ਬੜੇ ਸਾਰੇ ਲੋਕ ਇਹਨਾਂ ਦੇ ਨਾਲ ਜੁੜਦੇ ਰਹੇ, ਬਟ ਇਨੀਸ਼ੀਅਲ ਕਾਜ਼ ਜਿਹੜਾ ਹੈ ਵੂਮਨ ਦੀ ਰਾਈਟ ਦਾ, ਇਹ ਸਰੋਜਨੀ ਨਾਇਡੂ ਦਾ ਹੀ ਬ੍ਰੇਨ ਚਾਈਲਡ ਸੀ। ਮਤਲਬ ਇਹ ਹੈ ਕਿ ਗਾਂਧੀ ਜੀ ਨੇ ਫਿਰ ਉਹਨਾਂ ਦੀ ਜਿਹੜੀ ਤਾਰੀਫ ਕੀਤੀ ਹੈ ਕਿ ਐਡਾ ਵੱਡਾ ਕੰਮ ਤੁਹਾਡੇ ਵਰਗੀ ਇਸਤਰੀ ਹੀ ਕਰ ਸਕਦੀ ਹੈ, ਜਿਹੜੀ ਜਾਗਰੂਕ ਹੈ ਅੰਦਰੋਂ, ਇਹ ਤਾਰੀਫ ਬਿਲਕੁਲ ਠੀਕ ਕੀਤੀ, ਬਿਲਕੁਲ ਠੀਕ ਕੀਤੀ ਹੈ ਸਰ, ਬਿਲਕੁਲ। ਸੋ ਉਸ ਤੋਂ ਬਾਅਦ ਫਿਰ ਕੀ ਕਾਰਨ ਬਣੇ ਨੇ? ਕਿਉਂਕਿ ਉਹਨਾਂ ਦੇ ਅੰਦਰ ਇਹ ਤਾਂਘ ਸੀਗੇ ਕਿ ਮੈਂ ਭਾਰਤ ਵਿੱਚ ਜਾ ਕੇ ਆਜ਼ਾਦੀ ਦੀ ਲੜਾਈ ਦੇ ਵਿੱਚ ਹਿੱਸਾ ਪਾਵਾਂ। ਕਿੱਦਾਂ ਸਾਰੇ ਕਾਰਨ ਬਣੇ? ਕਿਉਂਕਿ ਉਧਰ ਉਹ ਮੁਹਿੰਮ ਵੀ ਚਲਾ ਰਹੇ ਨੇ, ਪੜ੍ਹਦੇ ਵੀ ਪਏ ਨੇ, ਤੇ ਨਾਲ ਇਹ ਦਿਲ ਦੇ ਵਿੱਚ ਸੁਪਨਾ ਵੀ ਪਾਲਦੇ ਪਏ ਨੇ। ਪੜ੍ਹਾਈ ਥੋੜੀ ਦੇਰ ਲਈ ਛੁੱਟ ਗਈ ਸੀ, ਕਿਉਂਕਿ ਜਦੋਂ ਪੋਲੀਟੀਕਲ ਐਕਟੀਵਿਟੀਜ਼ ਹੋ ਰਹੀਆਂ ਸੀ, ਬਟ ਇਸ ਪੜ੍ਹਾਈ ਦਾ ਬੜਾ ਫਾਇਦਾ ਹੋਇਆ, ਕਿਉਂਕਿ ਜਦੋਂ ਵੈਸੇ ਤਾਂ ਉਹਨਾਂ ਦੀ ਪੋਲੀਟੀਕਲ ਸਟਰਗਲ ਜਿਹੜੀ ਹੈ ਸਵਦੇਸ਼ੀ ਮੂਵਮੈਂਟ ਤੋਂ ਸ਼ੁਰੂ ਹੋਈ, ਬੰਗਾਲ ਦਾ ਪਾਰਟੀਸ਼ਨ ਹੋਇਆ 1905 ਦੇ ਵਿੱਚ, ਤੇ ਪਹਿਲੀ ਵਾਰ ਉਹਨਾਂ ਨੇ ਜਿਹੜਾ ਹੈ ਕ੍ਰਾਂਤੀ ਦੀ ਗੱਲ ਕੀਤੀ ਹੈ, ਸਵਦੇਸ਼ੀ ਦੇ ਨਾਲ ਜੁੜੇ। ਔਰ ਬਾਅਦ ਦੇ ਵਿੱਚ 1915 ਤੋਂ ਲੈ ਕੇ 18 ਤੱਕ ਉਹਨਾਂ ਨੇ ਟੂਰ ਕੀਤੇ। ਦੇਖੋ, ਆਪਾਂ ਨੂੰ ਫਰੀडम ਸਟਰਗਲ ਜਿਹੜੀ ਹੈ ਇੰਜ ਮਹਿਸੂਸ ਹੁੰਦੀ ਹੈ ਕਿ ਸ਼ਾਇਦ ਪਹਿਲੀ ਵਾਰ ਹੀ ਆਪਾਂ ਆਜ਼ਾਦੀ ਦੀ ਗੱਲ ਕਰੀਏ, ਬਟ ਬੜਾ ਇੰਪੋਰਟੈਂਟ ਸੀ ਲੋਕਾਂ ਦੇ ਵਿੱਚ ਜਾਗਰੂਕਤੀ ਪੈਦਾ ਕਰਨੀ। ਸੋ ਇਹਨਾਂ ਨੇ ਆਪਣੇ ਜਿਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਗਾਂਧੀ ਜੀ ਦੇ ਅੰਬੈਸਡਰ ਦੇ ਤੌਰ ਤੇ, ਇੱਕ ਓਰੇਟਰ ਦੇ ਤੌਰ ਤੇ, ਇੱਕ ਆਰਮੀ ਦਾ ਇੱਕ ਸੋਲਜਰ ਦੇ ਤੌਰ ਤੇ, ਇਹ ਸਾਰੇ ਥਾਂ ਘੁੰਮੇ, ਨਾ ਕੇਵਲ ਹਿੰਦੁਸਤਾਨ ਦੇ ਵਿੱਚ, ਨਾਰਥ ਅਮਰੀਕਾ ਦੇ ਵਿੱਚ ਘੁੰਮ ਕੇ ਇਹਨਾਂ ਨੇ ਇਹੀ ਗੱਲ ਕੀਤੀ ਕਿ ਡਿਗਨਿਟੀ ਆਫ ਲੇਬਰ, ਆਪਣੇ ਹਿੰਦੁਸਤਾਨ ਬਾਰੇ। ਔਰ ਜਦੋਂ ਅਸੀਂ ਇਹਨਾਂ ਦੀ ਸਪੀਚਸ ਵੀ ਸੁਣਦੇ ਨੇ, ਤੇ ਇਹਨਾਂ ਨੇ ਬਾਰ-ਬਾਰ ਇਹ ਕਿਹਾ ਕਿ ਮੈਂ ਉਸ ਦੇਸ਼ ਦੀ ਵਾਸੀ ਹਾਂ ਜਿਸ ਨੂੰ ਤੁਸੀਂ ਕੋਈ ਘੱਟ ਨਾ ਸਮਝੋ, ਕਿ ਉੱਥੇ ਅੱਜ ਇੱਕ ਲੇਡੀ ਉਸ ਨੂੰ ਰਿਪਰੈਜ਼ੈਂਟ ਕਰਦੀ ਹੈ। ਸੋ ਸ਼ੁਰੂਆਤ ਹੁੰਦੀ ਹੈ ਸਵਦੇਸ਼ੀ ਤੋਂ, ਟੂਰਿੰਗ ਤੋਂ, ਇੰਡੀਗੋ ਪਲਾਂਟਰਸ ਦੀ ਚੰਪਾਰਨ ਦੀ ਜਿਹੜੀ ਮੁਹਿੰਮ ਹੈ, ਉਹਨਾਂ ਦੇ ਵਿੱਚ ਜਵਾਹਰ ਲਾਲ ਨਹਿਰੂ ਦੇ ਕਹਿਣ ਤੇ ਬੜੀ ਇੰਪੋਰਟੈਂਟ ਭੂਮਿਕਾ ਪਲੇ ਕੀਤੀ।
ਉਸ ਤੋਂ ਬਾਅਦ ਹੋਮ ਰੂਲ ਲੀਗ ਦੇ ਅੰਬੈਸਡਰ ਦੇ ਤੌਰ ਤੇ ਹੋਏ। ਰਾਉਲਟ ਐਕਟ ਪਾਸ ਹੋ ਗਿਆ ਸੀ। ਰਾਉਲਟ ਐਕਟ ਦੇ ਨਾਲ ਜਿਹੜੀ ਹੈ ਨੌਨ ਕੋਆਪਰੇਸ਼ਨ ਮੂਵਮੈਂਟ ਦੇ ਵਿੱਚ ਆ ਗਏ ਔਰ ਸਰੋਜਨੀ ਨਾਇਡੂ ਪਹਿਲੇ ਸੀ ਜਿਨ੍ਹਾਂ ਨੇ ਗਾਂਧੀ ਜੀ ਦੇ ਨਾਲ ਨੌਨ ਕੋਆਪਰੇਸ਼ਨ ਮੂਵਮੈਂਟ ਦੇ ਵਿੱਚ ਪਾਰਟਿਸਿਪੇਟ ਕੀਤਾ। ਮਤਲਬ ਇੱਕ ਤਰੀਕੇ ਦਾ ਦੌਰ ਜਿਹੜਾ ਹੈ ਉਹ ਸ਼ੁਰੂ ਹੋ ਗਿਆ ਸੀ। ਸਾਲਟ ਸੱਤਿਆਗ੍ਰਹਿ ਗੱਲ ਕਰੀਏ, ਕੁਇਟ ਇੰਡੀਆ ਮੂਵਮੈਂਟ ਦੀ ਗੱਲ ਕਰੀਏ, ਇਹਨਾਂ ਦਾ ਯੋਗਦਾਨ ਫਰੀडम ਸਟਰਗਲ ਦੇ ਵਿੱਚ ਕਾਬਿਲੇ ਤਾਰੀਫ ਹੈ ਜੀ। ਹੋਮ ਰੂਲ ਜਿਨ੍ਹਾਂ ਸਾਹਿਬ ਦੀ ਦਿਮਾਗ ਦੀ ਉਪਜ ਸੀ ਉਹ ਵੀ ਆਪਾਂ ਜਾਣਦੇ ਹਾਂ। ਸੋ ਆਪਾਂ ਇੱਕ ਗੀਤ ਦੇ ਨਾਲ ਜੁੜਦੇ ਹਾਂ, ਉਸ ਤੋਂ ਬਾਅਦ ਆਪਾਂ ਪਰਤਦੇ ਆਪਣੇ ਵਿਸ਼ੇ ਦੇ ਉੱਤੇ। ਆਓ ਜੀ ਇਸ ਗੀਤ ਨੂੰ ਆਨੰਦ ਲਈਏ। सारे तारे नी एक गल तेरे बारे पुछदे ने सारे नी, दिन सारे फुल ते राती सारे तारे नी। बैक नीले नीले अंबरां दी छां लिखिया, बैक नीले नीले अंबरां दी छां लिखिया नी। तेरा कल्ले 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 तारे उत्ते ना लिखिया, कल्ले कल्ले तारे उत्ते ना लिखिया नी। तेरा कल्ले कल्ले तारे उत्ते ना लिखिया। सहारा बस तेरिया परितां दा नी, तेरिया परितां दा नी, तेरिया परितां दा। मुख तेरा निरा मुखड़ा है मेरे गीतां दा नी, हाय मेरे गीतां दा नी, हाय मेरे गीतां दा। तैनू दिल विच रब दी मैं थां लिखिया, हो तैनू दिल विच रब दी मैं थां लिखिया नी। तेरा कल्ले 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 तारे उत्ते ना लिखिया, कल्ले कल्ले तारे उत्ते ना लिखिया नी। तेरा कल्ले कल्ले तारे उत्ते ना लिखिया। लोर तेथों झांजरा ते मेहंदियां नी, झांजरा ते मेहंदियां नी, झांजरा ते मेहंदियां। एक तेरे हत्थी एक पैरां विच पैंदियां नी, पैरां विच पैंदियां नी, पैरां विच पैंदियां। ओ चन काटा तेरे चूड़े वाली बां लिखिया, हो चन काटा तेरे चूड़े वाली बां लिखिया नी। तेरा कल्ले 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 तारे उत्ते ना लिखिया, कल्ले कल्ले तारे उत्ते ना लिखिया नी। तेरे कल्ले कल्ले तारे उत्ते ना लिखिया। सुल्फा सनैरी जिवें तिल्ले दियां तारां ने नी, तिल्ले दियां तारां ने नी, तिल्ले दियां तारां ने। ओ सुच्चे मोती गुंदे जिवें आपनी बहारां ने नी, आपनी बहारां ने नी, आपनी बहारां ने। तेरी तोर नू मैं रावी ते चना लिखिया, हो तेरी तोर नू मैं रावी ते चना लिखिया नी। तेरा कल्ले 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 तारे उत्ते ना लिखिया, कल्ले कल्ले तारे उत्ते ना लिखिया। ਸਰੋਜਨੀ ਨਾਇਡੂ ਜੀ ਬਾਰੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ। ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਪ੍ਰੋਤਿਮਾ ਮੰਡੇਰ ਜੀ, ਜੋ ਕਿ ਮੁਖੀ ਨੇ ਇਤਿਹਾਸ ਵਿਭਾਗ HMV ਕਾਲਜ ਜਲੰਧਰ ਤੋਂ।
ਅਸੀਂ ਉਹਨਾਂ ਦੀ ਸਰੋਜਨੀ ਨਾਇਡੂ ਜੀ ਦੀ ਇੰਗਲੈਂਡ ਦੀ ਲਾਈਫ ਵੀ ਸਾਰੀ ਡਿਸਕਸ ਕਰ ਲਈ, ਉਹਦੇ ਬਾਰੇ ਸਾਰਾ ਜ਼ਿਕਰ ਤੁਸੀਂ ਕੀਤਾ, ਔਰ ਭਾਰਤ ਦੇ ਵਿੱਚ ਕਿਹੜੀਆਂ ਖਾਸ ਉਹਨਾਂ ਦੀਆਂ ਜਿਹੜੀਆਂ ਮੁਹਿੰਮਾਂ ਰਹੀਆਂ ਨੇ ਜਿਹਦੇ ਵਿੱਚ ਉਹ ਜੁੜੇ ਰਹੇ ਉਹ ਵੀ ਤੁਸੀਂ ਦੱਸਿਆ ਹੈ। ਇੱਕ ਕੜੀ ਜਿਹੜੀ ਵਿੱਚੋਂ ਆਪਾਂ ਜਾਣਨਾ ਚਾਹਾਂਗੇ, ਜਦੋਂ ਇੰਗਲੈਂਡ ਤੋਂ ਭਾਰਤ ਵਿੱਚ ਆਉਂਦੇ ਨੇ ਪੂਰੀ ਤਿਆਰੀ ਦੇ ਨਾਲ ਪੜ੍ਹ ਕੇ ਵੀ, ਉੱਥੇ ਇੱਕ ਮੁਹਿੰਮ ਚਲਾ ਕੇ ਵੀ, ਭਾਰਤ ਦੇ ਵਿੱਚ ਆ ਕੇ ਸਭ ਤੋਂ ਪਹਿਲਾਂ ਕੀ ਕੀਤਾ, ਕਿਉਂਕਿ ਉੱਥੇ ਗਾਂਧੀ ਜੀ ਨੂੰ ਮਿਲ ਚੁੱਕੇ ਨੇ, ਉਹ ਇੰਗਲੈਂਡ ਦੇ ਵਿੱਚ ਤਾਰੀਫ ਵੀ ਹੋ ਚੁੱਕੀ ਹੈ, ਇੱਥੇ ਆ ਕੇ ਫਿਰ ਗਾਂਧੀ ਜੀ ਨੂੰ ਮਿਲਦੇ ਨੇ ਜਾਂ ਕਿਸੇ ਹੋਰ ਨੂੰ ਮਿਲਦੇ ਨੇ, ਸ਼ੁਰੂਆਤ ਕਿੱਦਾਂ ਕਰਦੇ ਨੇ ਆਪਣੇ ਸਫ਼ਰ ਦੀ ਭਾਰਤ ਵਿੱਚ ਆਉਣ ਤੋਂ ਬਾਅਦ? ਉਹਨਾਂ ਦੀ ਸਭ ਤੋਂ ਵੱਡੇ ਜਿਹੜੇ ਮੈਂ ਕਹੂੰਗੀ ਇੱਕ ਤਰੀਕੇ ਨਾਲ ਸਪੋਰਟ ਕਹਿ ਲਓ, ਗੁਰੂ ਕਹਿ ਲਓ, ਪੋਲੀਟੀਕਲ ਗੁਰੂ ਕਹਿ ਲਓ, ਸਪਿਰਿਚੁਅਲ ਗੁਰੂ ਕਹਿ ਲਓ, ਉਹ ਮਹਾਤਮਾ ਗਾਂਧੀ ਸਨ। ਸੋ ਦੇਖੋ, ਜਦੋਂ ਮਹਾਤਮਾ ਗਾਂਧੀ ਵੀ ਸਾਊਥ ਅਫਰੀਕਾ ਤੋਂ ਹਿੰਦੁਸਤਾਨ ਆਉਂਦੇ ਹੈ, ਉਹਨਾਂ ਦੇ ਪੋਲੀਟੀਕਲ ਗੁਰੂ ਗੋਪਾਲ ਕ੍ਰਿਸ਼ਨ ਗੋਖਲੇ ਪਹਿਲੀ ਇਹ ਗੱਲ ਕਹਿੰਦੇ ਨੇ ਕਿ ਭਾਰਤ ਨੂੰ ਪਹਿਲਾਂ ਦੇਖ ਕੇ ਆਓ। ਔਰ ਤੁਸੀਂ ਬੜੇ ਹੈਰਾਨ ਹੋਵੋਗੇ ਜਦੋਂ ਆਪਣੇ ਅੱਜ ਦੇ ਦੌਰਾਨ ਵੀ ਜਦੋਂ IAS ਆਫਿਸਰਸ ਨੂੰ IAS ਵਿੱਚ ਸਿਲੈਕਸ਼ਨ ਹੁੰਦੀ ਹੈ ਤੇ ਉਹਨਾਂ ਦਾ ਪਹਿਲਾ ਕੰਮ ਹੁੰਦਾ ਹੈ ਭਾਰਤ ਦਰਸ਼ਨ। ਔਰ ਇਸੇ ਤਰੀਕੇ ਨਾਲ ਸਰੋਜਨੀ ਨਾਇਡੂ ਨੂੰ ਇਹ ਕਿਹਾ ਗਿਆ ਸੀ ਕਿ ਪਹਿਲਾਂ ਤੁਸੀਂ ਭਾਰਤ ਨੂੰ ਵੇਖੋ, ਔਰ ਉਹਨਾਂ ਦਾ ਵੀ ਇਹ ਕੰਮ ਸੀ ਕਿ ਭਾਰਤ ਦੇ ਵਿੱਚ ਜਾ ਕੇ ਮੈਂ ਲੋਕਾਂ ਦੀ ਜਾਗਰੂਕਤੀ ਕਰਨੀ ਹੈ। ਜਦੋਂ ਇੰਡੀਅਨ ਨੈਸ਼ਨਲ ਕਾਂਗਰਸ ਵੀ ਬਣਿਆ ਤੇ ਉਹਨਾਂ ਦੀ ਜਿਹੜੀ ਪਹਿਲੀਆਂ ਡਿਮਾਂਡਸ ਹੈ, ਕੋਈ ਇਹ ਨਹੀਂ ਸੀ ਕਿ ਸਾਨੂੰ ਆਜ਼ਾਦੀ ਦੇ ਦਿਓ। ਉਹਨਾਂ ਦੀ ਪਹਿਲੀਆਂ ਡਿਮਾਂਡਸ ਕੀ ਸੀ? ਯੂਨਿਟੀ ਲੈ ਕੇ ਆਉਣੀ ਹੈ ਲੋਕਾਂ ਦੇ ਵਿੱਚ, ਉਹਨਾਂ ਨੂੰ ਆਪਣੇ ਪੋਲੀਟੀਕਲ ਰਾਈਟਸ ਵਜੋਂ ਉਹਨਾਂ ਨੂੰ ਜਾਗਰੂਕ ਕਰਨਾ ਹੈ। ਕਿਵੇਂ ਆਪਾਂ ਆਪਣੇ ਪੋਲੀਟੀਕਲ ਰਾਈਟਸ ਨੂੰ, ਆਪਣੇ ਓਪੀਨੀਅਨਸ ਨੂੰ ਬ੍ਰਿਟਿਸ਼ ਦੇ ਕੋਲ ਪੇਸ਼ ਕਰਨਾ ਹੈ, ਉਹ ਤਰੀਕੇ ਸਿਖਾਉਣੇ ਸੀ। ਸੋ ਇਹੀ ਕੰਮ ਜਿਹੜਾ ਹੈ ਸਰੋਜਨੀ ਨਾਇਡੂ ਨੇ ਆ ਕੇ ਹਿੰਦੁਸਤਾਨ ਦੇ ਵਿੱਚ ਕੀਤਾ, ਟੂਅਰਿੰਗ ਕੀਤੀ, ਲੋਕਾਂ ਨਾਲ ਮਿਲੇ, ਜਿਹੜੀਆਂ ਲੋਕਾਂ ਦੀਆਂ ਪ੍ਰੋਬਲਮਸ ਹੈ, ਔਰ ਖਾਸ ਤੌਰ ਤੇ ਯੂਨਿਟੀ ਦੀ ਗੱਲ ਕਰਦੇ ਹੈ, ਵੂਮਨ ਦੀ ਗੱਲ ਕਰਦੇ ਹੈ ਕਿ ਵੂਮਨ ਦੀ ਪਾਰਟਿਸਿਪੇਸ਼ਨ ਜਿਹੜੀ ਹੈ ਉਹ ਵੀ ਫਰੀडम ਸਟਰਗਲ ਦੇ ਵਿੱਚ ਉਨੀ ਇੰਪੋਰਟੈਂਟ ਹੈ ਜਿੰਨੇ ਕਿ ਇਨਸਾਨ ਮਤਲਬ ਮੇਲਸ ਦੀ ਜਿਹੜੀ ਹੈ ਉਹ ਉਨੀ ਇੰਪੋਰਟੈਂਟ ਵੂਮਨ ਦੀ ਪਾਰਟਿਸਿਪੇਸ਼ਨ ਵੀ ਹੈ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਭਾਰਤ ਯਾਤਰਾ ਤੋਂ ਬਾਅਦ ਉਹਨਾਂ ਦੇ ਅੰਦਰ ਇਹ ਸਾਰਾ ਹੌਸਲਾ ਪੈਦਾ ਹੋਇਆ ਕਿ ਉਹ ਭਾਰਤ ਨੂੰ ਜਾਣਨ ਲੱਗ ਪਏ ਨੇ, ਉਸ ਦੇ ਮੁਤਾਬਿਕ ਸਮਾਜ ਦੇ ਵਿੱਚ ਵੀ ਕੰਮ ਹੋਵੇ ਤੇ ਆਜ਼ਾਦੀ ਵਾਸਤੇ ਵੀ ਕੰਮ ਹੋਵੇ, ਕਿਉਂਕਿ ਆਜ਼ਾਦੀ ਵਾਸਤੇ ਕੰਮ ਕਰਨ ਲਈ ਸਮਾਜ ਨੂੰ ਜਾਗਰਿਤ ਕਰਨਾ ਜ਼ਰੂਰੀ ਹੈ। ਸੋ ਹੋਰ ਕਿਹੜੇ ਸ਼ਖਸੀਅਤ ਜਿਹੜੇ ਉਸ ਵਕਤ ਆਜ਼ਾਦੀ ਘੁਲਾਟੀਏ ਉਹਨਾਂ ਦੇ ਨਾਲ ਨੇ, ਉਹ ਕਿਹੜੇ ਆਗੂ ਨੇ ਜਿਨ੍ਹਾਂ ਦਾ ਉਹਨਾਂ ਉੱਤੇ ਖਾਸ ਪ੍ਰਭਾਵ ਪੈਂਦਾ? ਦੇਖੋ, ਪਹਿਲਾਂ ਤੇ ਅਰਬਿੰਦੋ ਘੋਸ਼ ਨੇ, ਗੋਪਾਲ ਕ੍ਰਿਸ਼ਨ ਗੋਖਲੇ ਨੇ, ਸੁਰਿੰਦਰਨਾਥ ਬੈਨਰਜੀ ਨੇ। ਉਸ ਟਾਈਮ ਦੇ ਦੌਰ ਨੂੰ ਅਸੀਂ ਨਾ ਮੋਡਰੇਟ ਨੈਸ਼ਨਲਿਜ਼ਮ ਵੀ ਕਹਿੰਦੇ ਨੇ, ਬਿਕੋਜ਼ ਇਹ ਸਾਰੇ ਉਹ ਫਰੀडम ਫਾਈਟਰਸ ਨੇ ਜਿਹੜੇ ਅਜੇ ਵੀ ਇਹ ਬਿਲੀਵ ਕਰਦੇ ਆ ਕਿ ਅਸੀਂ ਆਪਣੇ ਪਟੀਸ਼ਨਸ ਰਾਹੀਂ, ਗੱਲਬਾਤ ਰਾਹੀਂ ਆਪਣੀ ਗੱਲਾਂ ਨੂੰ ਪੂਰੀ ਕਰ ਸਕਦੇ ਨੇ। ਜਦੋਂ ਅਰਬਿੰਦੋ ਘੋਸ਼ ਨਾਲ ਮਿਲਦੇ ਨੇ, ਉਹਨਾਂ ਦੇ ਵਿੱਚ ਦੇਖਿਆ ਕਿ ਲਿਖਦੇ ਬਹੁਤ ਅੱਛੇ ਨੇ, ਪਰ ਉਹਨਾਂ ਨੇ ਜਿਹੜੀ ਉਹਨਾਂ ਨਾਲ ਗੱਲ ਕੀਤੀ, ਇਹ ਕਿਹਾ ਕਿ ਤੁਸੀਂ ਲਿਖਦੇ ਬੜਾ ਅੱਛੇ ਹੋ, ਬਟ ਕਿਉਂ ਨਾ ਇਹ ਲਿਖਤਾਂ ਜਿਹੜੀਆਂ ਨੇ ਹਿੰਦੁਸਤਾਨ ਬਾਰੇ ਲਿਖੋ, ਹਿੰਦੁਸਤਾਨ ਦੇ ਲੋਕਾਂ ਬਾਰੇ ਲਿਖੋ, ਤਾਂ ਕਿ ਤੁਹਾਡੀਆਂ ਲਿਖਤਾਂ ਲੋਕਾਂ ਨੂੰ ਇਨਸਪਾਇਰ ਕਰਨ, ਉਹਨਾਂ ਨੂੰ ਆਪਣੇ ਦੇਸ਼ ਆਜ਼ਾਦ ਕਰਨ ਲਈ ਪ੍ਰਭਾਵਿਤ ਕੀਤੀਆਂ। ਜਵਾਹਰ ਲਾਲ ਨਹਿਰੂ ਦੇ ਨਾਲ ਉਹਨਾਂ ਨੇ ਜਿਹੜਾ ਹੈ ਇੰਡੀਕੋ ਦੇ ਕੈਂਪੇਨ ਦੇ ਨਾਲ ਜੁੜੇ, ਸੁਰਿੰਦਰਨਾਥ ਬੈਨਰਜੀ ਨੇ, ਗੋਪਾਲ ਕ੍ਰਿਸ਼ਨ ਗੋਖਲੇ ਨੇ, ਇਹਨਾਂ ਸਾਰੇ ਲੀਡਰਸ ਦੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਜਿਹੜੇ ਨੇ ਹਰ ਆਜ਼ਾਦੀ ਦੀ ਮੁਹਿੰਮ ਦੇ ਵਿੱਚ ਉਹ ਬੜੇ ਕੌਨਫੀਡੈਂਟਲੀ, ਬੜਾ ਬਾਖੂਬੀ ਉਤਰ ਰਹੇ ਸੀ ਔਰ ਆਪਣਾ ਜਿਹੜਾ ਰੋਲ ਹੈ ਪਲੇ ਕਰ ਰਹੇ ਸੀ। ਕੋਈ ਖਾਸ ਘਟਨਾ ਕਿਸੇ ਖਾਸ ਮੁਹਿੰਮ ਦੀ, ਚਾਹੇ ਉਹ ਸਿਵਲ ਡਿਸਓਬੀਡੀਐਂਸ ਹੋਵੇ, ਜਦੋਂ ਡਾਂਡੀ ਮਾਰਚ ਕੀਤਾ ਹੈ ਗਾਂਧੀ ਜੀ ਨੇ, ਨਮਕ ਕਾਨੂੰਨ ਤੋੜਿਆ ਹੈ, ਸਵਿਨਯ ਅਵਗਿਆ ਅੰਦੋਲਨ, ਉਹਦੇ ਵਿੱਚ ਕੋਈ ਖਾਸ ਉਹਨਾਂ ਦਾ ਯੋਗਦਾਨ, ਕੋਈ ਖਾਸ ਘਟਨਾ ਜਿਹਦਾ ਜ਼ਿਕਰ ਕਰਨਾ ਚਾਹੋ? ਘਟਨਾ ਤੇ ਮੈਂ ਇੰਜ ਕਹਿ ਸਕਦੀ ਹਾਂ ਕਿ ਜਦੋਂ ਡਾਂਡੀ ਮਾਰਚ ਦੀ ਸ਼ੁਰੂਆਤ ਹੁੰਦੀ ਹੈ, ਕੁਝ ਚਿਰ ਬਾਅਦ ਹੀ ਗਾਂਧੀ ਜੀ ਨੂੰ ਜੇਲ੍ਹ ਦੇ ਵਿੱਚ ਪਾ ਦਿੱਤਾ ਜਾਂਦਾ ਹੈ। ਉਸ ਟਾਈਮ ਤੇ ਸਰੋਜਨੀ ਨਾਇਡੂ ਜੀ ਨੇ ਗਾਂਧੀ ਜੀ ਦੇ ਬਿਹਾਫ ਤੇ ਸਿਵਲ ਡਿਸਓਬੀਡੀਐਂਸ ਮੂਵਮੈਂਟ ਜਿਹੜੀ ਹੈ ਉਹ ਬੜੀ ਮਤਲਬ ਜਿਸ ਦੀ ਬਾਗਡੋਰ ਜਿਹੜੀ ਹੈ ਆਪਣੇ ਹੱਥ ਵਿੱਚ ਲੈ ਦਿੱਤੀ। ਸੋ ਆਪਾਂ ਗੱਲ ਕਰਦੇ ਹਾਂ ਔਰਤ ਦੀ ਆਜ਼ਾਦੀ ਦੀ, ਔਰਤ ਦੇ ਪਾਰਟਿਸਿਪੇਸ਼ਨ ਦੀ, ਤੇ ਉਸ ਸਮੇਂ 1930 ਦੇ ਵਿੱਚ, 31 ਦੇ ਵਿੱਚ ਮੈਂ ਕਹੂੰਗੀ ਪ੍ਰੀਸਾਈਸਲੀ, ਇੱਕ ਔਰਤ ਦਾ ਸਿਵਲ ਡਿਸਓਬੀਡੀਐਂਸ ਨੂੰ ਪ੍ਰੈਜ਼ੀਡੈਂਟਸ਼ਿਪ ਲੈਣੀ, ਉਸ ਨੂੰ ਅੱਗੇ ਵਧਾਉਣਾ, ਇਹ ਵਾਕਈ ਜਿਹੜਾ ਹੈ ਉਹਨਾਂ ਦੀ ਸ਼ਖਸੀਅਤ ਦੇ ਉੱਤੇ ਬਹੁਤ ਵੱਡਾ ਇੱਕ ਮਤਲਬ ਸ਼ਲਾਘਾਯੋਗ ਚੀਜ਼ ਆਪਾਂ ਕਹਿ ਸਕਦੇ। ਮਤਲਬ ਉਹਨਾਂ ਨੇ ਖੁਦ ਕਮਾਨ ਸੰਭਾਲ ਲਈ। ਬਿਲਕੁਲ। ਸੋ ਉਹਦੇ ਨਤੀਜੇ ਤੇ ਅਸੀਂ ਦੇਖਦੇ ਹੀ ਹਾਂ ਕਿ ਕਾਫੀ ਜ਼ਬਰਦਸਤ ਰਹੇ ਨੇ, ਔਰ ਖਾਸ ਕਰਕੇ ਜਿਹੜੀ ਬ੍ਰਿਟਿਸ਼ ਇੰਪਾਇਰ ਹੈ, ਅੰਗਰੇਜ਼ਾਂ ਦੀ ਹਕੂਮਤ ਹੈ, ਉਹਦੀ ਜਿਹੜੀ ਇਕਨੋਮੀ ਹੈ, ਉਹਦਾ ਜਿਹੜਾ ਪੈਸਾ ਕਮਾਉਣ ਦਾ ਸਾਧਨ ਹੈ, ਉਹਨੂੰ ਬਹੁਤ ਵੱਡੀ ਚੋਟ ਮਾਰੀ ਸੀ ਜਦੋਂ ਸਾਲਟ ਐਕਟ ਦੀ ਗੱਲ ਹੋਈ ਹੈ
ਔਰ ਖਾਸ ਕਰਕੇ 1919 ਦੀ ਘਟਨਾ ਜ਼ਿਲ੍ਹਿਆਂਵਾਲੇ ਬਾਗ ਦੇ ਦਿਨ ਇਹ ਸ਼ੁਰੂ ਕੀਤੀ ਗਈ। ਸੋ ਅਰਬਿੰਦੋ ਘੋਸ਼ ਨੇ ਜਦੋਂ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੀਆਂ ਲਿਖਤਾਂ ਦੇ ਵਿੱਚ ਭਾਰਤ ਦੀ ਗੱਲ ਕਰੋ, ਭਾਰਤ ਦੀ ਸੰਸਕ੍ਰਿਤੀ ਦੀ ਗੱਲ ਕਰੋ, ਭਾਰਤ ਦੇ ਲੋਕਾਂ ਨਾਲ ਜੋੜੋ, ਤੇ ਅੱਜ ਵੀ ਅਸੀਂ ਦੇਖਦੇ ਹਾਂ ਕਿ ਉਹਨਾਂ ਦੀਆਂ ਉਹ ਲਿਖਤਾਂ, ਪੋਇਮਸ, ਕਿਤਾਬਾਂ ਸਾਡੇ ਸਿਲੇਬਸ ਦਾ ਵੀ ਹਿੱਸਾ ਨੇ। ਬਿਲਕੁਲ। ਕੁਝ ਖਾਸ ਉਹਨਾਂ ਦਾ ਜ਼ਿਕਰ ਕਰਨਾ ਚਾਹੋਗੇ? ਹਾਂਜੀ, ਇੱਕ ਉਹਨਾਂ ਦੀ ਜਿਹੜੀ ਸਭ ਤੋਂ ਪਹਿਲੀ ਕਿਤਾਬ ਸੀ ਗੋਲਡਨ ਥ੍ਰੈਸ਼ਹੋਲਡ ਹੈ। ਮੈਂ ਇੱਕ ਸੈਕਿੰਡ, ਮੈਂ ਕੁਝ ਗਲਤ ਮਤਲਬ ਵਰਡ ਨਾ ਬੋਲ ਦੇਵਾਂ, ਤੇ ਮੈਂ ਉਹਨਾਂ ਦੀ ਇੱਕ ਉਹਨਾਂ ਦੀ ਜਿਹੜੀ ਪੋਇਮ ਹੈ ਗੋਲਡਨ ਥ੍ਰੈਸ਼ਹੋਲਡ ਹੈ। ਦੀ ਬਰਡਸ ਆਫ ਟਾਈਮ ਹੈ 1912 ਦੇ ਵਿੱਚ। ਬ੍ਰੋਕਨ ਵਿੰਗ ਹੈ, ਬ੍ਰੋਕਨ ਵਿੰਗ ਜਿਹੜੀ ਹੈ ਸਭ ਤੋਂ ਜ਼ਿਆਦਾ ਪੋਪੂਲਰ ਹੋਈ। ਟੈਂਪਲ ਹੈ, ਇੰਡੀਅਨ ਵੀਵਰਸ ਹੈ। ਸੋ ਇਹ ਸਾਰੀ, ਜੇ ਆਪਾਂ ਥੋੜ੍ਹੀ ਜਿਹੀ ਇਹਨਾਂ ਦੇ ਥੀਮਸ ਦੀ ਗੱਲ ਕਰੀਏ, ਤੇ ਸ਼ੁਰੂਆਤੀ ਦੌਰ ਦੇ ਵਿੱਚ ਤੋਂ ਉਹਨਾਂ ਦੀ ਜਿਹੜੀਆਂ ਲਿਖਤਾਂ ਹੈ ਉਹਨਾਂ ਦੇ ਵਿੱਚ ਪੱਛਮੀ ਇਨਫਲੂਐਂਸ ਜਿਹੜਾ ਹੈ ਉਹ ਕਾਫੀ ਝਲਕਦਾ ਹੈ, ਤੇ ਬਾਅਦ ਦੇ ਵਿੱਚ ਜਿਹੜਾ ਹੈ ਨੇਚਰ ਦੀ ਗੱਲ ਕਰਦੇ ਨੇ, ਕੁਝ ਮੈਚਿਓਰ ਲਵ ਰਿਲੇਸ਼ਨ ਦੀ ਗੱਲ ਕਰਦੇ ਨੇ, ਹਿੰਦੁਸਤਾਨ ਦੀਆਂ ਕੁਝ ਜਿਹੜੀਆਂ ਕੁਝ ਬੜੇ ਇੰਪੋਰਟੈਂਟ ਸਮਾਜਿਕ ਮੁੱਦੇ ਨੇ ਉਹਨਾਂ ਦੀ ਗੱਲ ਕਰਦੇ ਨੇ, ਔਰ ਬੜੀ ਬਾਖੂਬੀ ਆਪਣੇ ਲਿਖਤਾਂ ਦੇ ਥਰੂ ਜਿਹੜੇ ਨੇ ਉਹਨਾਂ ਨੇ ਫਰੀडम ਸਟਰਗਲ ਨੂੰ ਅੱਗੇ ਕੀਤਾ। ਔਰ ਅੱਜ ਵੀ ਗੋਲਡਨ ਥ੍ਰੈਸ਼ਹੋਲਡ ਹੈ, ਇੰਡੀਅਨ ਵੀਵਰਸ ਹੈ, ਸਕੂਲਾਂ ਦੇ ਵਿੱਚ, ਯੂਨੀਵਰਸਿਟੀਜ਼ ਦੇ ਵਿੱਚ ਬੜੀ ਚੰਗੀ ਤਰ੍ਹਾਂ ਉਸ ਨੂੰ ਪੜ੍ਹਾਇਆ ਜਾਂਦਾ ਹੈ। ਮੈਂ ਖੁਦ ਇੰਡੀਅਨ ਵੀਵਰਸ ਪੜ੍ਹਦਾ ਰਿਹਾ ਆਪਣੇ ਸਕੂਲ ਦੇ ਸਿਲੇਬਸ ਦੇ ਵਿੱਚ। ਸੋ ਤੁਸੀਂ ਇਹਦੇ 'ਚ ਕਿਹਾ ਕਿ ਬੜੇ ਮੈਚਿਓਰ ਲਵ ਰਿਲੇਸ਼ਨਸ ਬਾਰੇ ਵੀ ਉਹਨਾਂ ਨੇ ਲਿਖਿਆ, ਤਾਂ ਉਹਨਾਂ ਦਾ ਆਪਣਾ ਲਵ ਰਿਲੇਸ਼ਨ, ਉਹਨਾਂ ਦੀ ਮੈਰਿਜ, ਉਹਨਾਂ ਦੀ ਜ਼ਾਤੀ ਜ਼ਿੰਦਗੀ, ਵਿਵਾਹਿਤ ਜੀਵਨ ਉਹਨਾਂ ਦਾ, ਉਸ ਬਾਰੇ ਕੁਝ ਜ਼ਿਕਰ ਕਰੋ। ਹਾਂਜੀ, ਵੈਸੇ ਤਾਂ ਜਿਵੇਂ ਤੁਹਾਨੂੰ ਮੈਂ ਕਿਹਾ ਸੀ ਉਹਨਾਂ ਦਾ ਨਾਮ ਜਿਹੜਾ ਹੈ ਸਰੋਜਨੀ ਚਟੋਪਾਧਿਆ ਸੀ, ਬਟ ਜਦੋਂ ਉਹਨਾਂ ਦਾ ਵਿਆਹ ਡਾਕਟਰ ਮੁਥਿਆਲਾ ਨਾਇਡੂ ਨਾਲ ਹੋਇਆ ਤੇ ਉਹਨਾਂ ਦਾ ਸਰਨੇਮ ਜਿਹੜਾ ਹੈ ਨਾਇਡੂ ਹੋਇਆ। ਹੁਣ ਖਾਸ ਤੌਰ ਤੇ ਜਦੋਂ ਆਪਾਂ ਉਹਨਾਂ ਦੀ ਵਿਆਹ ਦੀ ਗੱਲ ਕਰੀਏ ਤੇ ਉਹਨਾਂ ਦਾ ਵਿਆਹ ਇੰਟਰਕਾਸਟ ਮੈਰਿਜ ਸੀ। ਅੱਜ ਵੀ ਆਪਾਂ ਜੇ ਕਰੀਏ ਤੇ ਅਜੇ ਵੀ ਆਪਣਾ ਇੰਟਰਕਾਸਟ ਮੈਰਿਜ ਜਿਹੜੀ ਹੈ ਉਹ ਇੱਕ ਟੈਬੂ ਦੀ ਤਰ੍ਹਾਂ ਹੈ। ਉਸ ਜ਼ਮਾਨੇ ਦੇ ਵਿੱਚ ਤਾਂ ਇਸ ਨੂੰ ਕੋਈ ਬਹੁਤ ਚੰਗੀ ਤਰ੍ਹਾਂ ਨਹੀਂ ਵੇਖਿਆ ਜਾਂਦਾ ਸੀ, ਤੋ ਉਹਨਾਂ ਨੇ ਉਸ ਜ਼ਮਾਨੇ ਵਿੱਚ ਇੰਟਰਕਾਸਟ ਮੈਰਿਜ ਕੀਤੀ। ਔਰ ਮੈਂ ਤੁਹਾਨੂੰ ਸ਼ੁਰੂ ਤੋਂ ਕਹਿ ਰਹੀ ਹਾਂ ਕਿ ਉਹਨਾਂ ਦੀ ਜਿਹੜੀ ਫੈਮਿਲੀ ਹੈ ਉਹਨਾਂ ਨੇ ਬੜਾ ਸਪੋਰਟ ਕੀਤਾ, ਔਰ ਇਹ ਜੀ ਇੰਟਰਕਾਸਟ ਮੈਰਿਜ ਸੀ ਜਿਹਦੇ ਵਿੱਚ ਦੋਨੋਂ ਫੈਮਲੀਜ਼ ਨੇ ਬੜਾ ਬਖੂਬੀ ਉਹਨਾਂ ਨੂੰ ਸਪੋਰਟ ਕੀਤਾ, ਤੇ ਬ੍ਰਹਮੋ ਮੈਰਿਜ ਐਕਟ 1872 ਦੇ ਨਾਲ ਹੋਇਆ 1898 ਦੇ ਵਿੱਚ। ਔਰ ਇਹ ਵੀ ਇੱਕ ਉਹਨਾਂ ਦੀ ਸ਼ਖਸੀਅਤ ਦਾ ਪਾਰਟ ਹੈ ਕਿ ਸਮਾਜਿਕ ਜਿਹੜੇ ਬੰਧਨ ਨੇ ਉਹਨਾਂ ਨੂੰ ਕਿੰਜ ਉਹਨਾਂ ਨੇ ਤੋੜਿਆ। ਬੜੇ ਹੀ ਕਾਬਿਲ ਬੱਚਿਆਂ ਹੋਏ, ਜੈਸੂਰਿਆ, ਪਦਮਾ, ਰਣਧੀਰ, ਔਰ ਇਹਨਾਂ ਵਿੱਚੋਂ ਜਿਹੜੀ ਉਹਨਾਂ ਦੀ ਇੱਕ ਡਾਟਰ ਜਿਹੜੀ ਹੈ ਚੀਫ ਮਿਨਿਸਟਰ ਵੀ ਰਹੇ, ਤਕਰੀਬਨ 11 ਸਾਲ ਤੱਕ ਜਿਹੜੇ ਨੇ ਉਹ ਚੀਫ ਮਿਨਿਸਟਰ ਵੀ ਰਹੇ। ਸੋ ਇੱਕ ਤਰੀਕੇ ਨਾਲ ਉਹਨਾਂ ਦਾ ਵਿਵਾਹਿਕ ਜੀਵਨ ਜਿਹੜਾ ਹੈ ਬੜੇ ਸਾਰੇ ਸਮਾਜਿਕ ਮੁੱਦਿਆਂ ਨੂੰ ਵੀ ਉਹਨਾਂ ਨੇ ਜਿਹੜਾ ਹੈ ਸੌਂਦ ਕਰਨ ਦੀ ਕੋਸ਼ਿਸ਼ ਕੀਤੀ, ਚਾਹੇ ਉਹ ਇੰਟਰਕਾਸਟ ਮੈਰਿਜ ਹੈ, ਚਾਹੇ ਉਹ ਵੂਮਨ ਦੀ ਰਾਈਟ ਦੀ ਗੱਲ ਹੈ। ਵੂਮਨ ਦੀ ਰਾਈਟ ਦੇ ਵਿੱਚ ਖਾਸ ਤੌਰ ਤੇ ਉਹਨਾਂ ਨੇ ਵੂਮਨ ਦੇ ਇਕੁਅਲ ਰਾਈਟਸ ਦੀ ਗੱਲ ਕੀਤੀ ਹੈ, ਰਾਈਟ ਟੂ ਵੋਟ ਦੀ ਗੱਲ ਕੀਤੀ ਹੈ। ਔਰ ਉਹ ਚਾਹੁੰਦੇ ਸੀ ਕਿ ਜਿਸ ਤਰੀਕੇ ਨਾਲ ਜਦੋਂ ਮੌਂਟੇਗ ਇੱਥੇ ਆਉਂਦੇ ਨੇ, ਹਿੰਦੁਸਤਾਨ ਦੇ ਪੋਲੀਟੀਕਲ ਰਿਫਾਰਮ ਦੀ ਗੱਲ ਕਰਦੇ ਨੇ, ਉਹਨਾਂ ਨੇ ਗੱਲ ਕੀਤੀ ਕਿ ਆਲ ਵੂਮਨ ਡੈਪੂਟੇਸ਼ਨ ਬਣਾਈ ਜਾਵੇ, ਔਰ ਇਸੇ ਕਰਕੇ ਉਹਨਾਂ ਨੇ ਜਿਹੜਾ ਹੈ ਵੂਮਨ ਇੰਡੀਆ ਐਸੋਸੀਏਸ਼ਨ ਦਾ ਵੀ ਗਠਨ ਕੀਤਾ। ਠੀਕ, ਮਤਲਬ ਉਹਨਾਂ ਦੇ ਪਤੀ ਦੇਵ ਵੀ ਉਹਨਾਂ ਦੇ ਨਾਲ ਖਾਸ ਸਹਿਯੋਗ ਦਿੰਦੇ ਰਹੇ ਨੇ ਉਹਨਾਂ ਦੀਆਂ ਸਾਰੀਆਂ ਮੁਹਿੰਮਾਂ ਦੇ ਵਿੱਚ, ਸਾਰੇ ਕੰਮਾਂ ਦੇ ਵਿੱਚ। ਤੇ ਇਹਨਾਂ ਦਾ ਮੇਨ ਕੰਮ ਸੋਸ਼ਲ ਵਰਕ, ਸਮਾਜ ਸੇਵਿਕਾ ਰਹੇ ਨੇ ਕਿ ਕਿਸ ਤਰ੍ਹਾਂ ਜੋ ਸੋਚ ਹੈ ਭਾਰਤ ਦੇ ਸਮਾਜ ਦੀ ਉਸ ਵਕਤ ਦੀ, ਉਸ ਸੋਚ ਨੂੰ ਕਿਵੇਂ ਬਦਲਿਆ ਜਾਵੇ, ਕਿਉਂਕਿ ਆਜ਼ਾਦੀ ਲੈਣ ਤੋਂ ਬਾਅਦ ਆਜ਼ਾਦੀ ਨੂੰ ਸੰਭਾਲਣਾ ਵੀ ਜ਼ਰੂਰੀ ਹੈ। ਉਸ ਕਰਕੇ ਸੋਚ ਵੀ ਨਵੀਂ ਹੋਣੀ ਚਾਹੀਦੀ ਹੈ। ਜੇ ਅਸੀਂ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਾਂ, ਨਵਾਂ ਦੇਸ਼, ਨਵੀਂ ਜ਼ਿੰਦਗੀ, ਸਾਰਾ ਕੁਝ ਨਵਾਂ। ਸੋ ਉਹਨਾਂ ਦੀ ਕੋਈ ਖਾਸ ਘਟਨਾ ਜੋ ਸਮਾਜਿਕ ਮੁੱਦਿਆਂ ਦੇ ਉੱਤੇ? ਦੇਖੋ, ਜਦੋਂ ਸਮਾਜ ਦਾ ਆਪਾਂ ਨਿਰਮਾਣ ਦੀ ਗੱਲ ਕਰਨੇ ਆ, ਸਮਾਜ ਨੂੰ ਇੰਪਰੂਵਮੈਂਟ ਦੀ ਗੱਲ ਕਰਦੇ ਹਾਂ, ਸਭ ਤੋਂ ਇੰਪੋਰਟੈਂਟ ਚੀਜ਼ ਹੈ ਵੂਮਨ ਦੀ ਇਕੁਐਲਿਟੀ। ਜਦੋਂ ਵੂਮਨ ਇਕੁਅਲ ਹੈ, ਹਰ ਚੀਜ਼ ਦੇ ਵਿੱਚ ਇਕੁਅਲ ਹੈ, ਉਦੋਂ ਕੋਈ ਵੀ ਦੇਸ਼ ਜਿਹੜਾ ਹੈ ਉਹ ਤਰੱਕੀ ਦੇ ਸਫ਼ਰ ਦੇ ਉੱਤੇ ਬੜਾ ਚੰਗਾ ਚੱਲ ਸਕਦਾ ਹੈ। ਸੋ ਉਹਨਾਂ ਦੀ ਖਾਸ ਕੰਟਰੀਬਿਊਸ਼ਨ ਜਿਹੜੀ ਹੈ ਵੂਮਨ ਦੇ ਉੱਤੇ ਹੈ। ਦੇਖੋ, ਵੂਮਨ ਮੈਂ ਇਹ ਨਹੀਂ ਕਹਿੰਦੀ ਕਿ ਸਿਰਫ ਆਪਾਂ ਕਹਿੰਦੇ ਕਿ ਵੋਟ ਕਰਨੀ ਹੈ ਜਾਂ ਇਕੁਅਲ ਰਾਈਟਸ ਹੈ। ਉਸ ਟਾਈਮ ਦਾ ਸਮਾਜ ਜਿਹੜਾ ਹੈ ਉਹਦੇ ਵਿੱਚ ਪੋਲੀਗੈਮੀ ਹੈ, ਇੱਕ ਮਰਦ ਜਿਹੜਾ ਹੈ ਬੜੀ ਸਾਰੀ ਔਰਤਾਂ ਨਾਲ ਵਿਆਹ ਕਰ ਸਕਦਾ ਹੈ। ਫਿਰ ਤੁਸੀਂ ਦੇਖੋ ਉਸ ਸਮਾਜ ਦੇ ਵਿੱਚ ਸਤੀ ਸਿਸਟਮ ਹੈ,
उस समाज ਦੇ ਵਿੱਚ ਜਿਹੜਾ ਹੈ ਫੀਮੇਲ ਇਨਫੈਂਟੀਸਾਈਡ ਹੈ, ਫੋਰਟੀਸਾਈਡ ਹੈ, ਔਰਤ ਨੂੰ ਮਾਰਿਆ ਜਾ ਰਿਹਾ ਹੈ ਗਰਭ ਦੇ ਵਿੱਚ ਔਰਤ ਦੇ ਜਨਮ ਤੋਂ ਬਾਅਦ। ਸੋ ਇਹਨਾਂ ਦੀ ਜਿਹੜੀ ਸੋਚ ਸੀ ਉਹ ਇਹ ਸੀ ਕਿ ਸਮਾਜਿਕ ਕੁਰੀਤੀਆਂ ਨੂੰ ਜਦੋਂ ਠੀਕ ਕੀਤਾ ਜਾਏਗਾ ਤੇ ਸਮਾਜ ਨਵੇਂ ਇੱਕ ਸਿਰੇ ਤੋਂ ਜਿਹੜਾ ਹੈ ਸਿਰਜਿਆ ਜਾ ਸਕਦਾ ਹੈ। ਐਸਾ ਸਮਾਜ ਜਿਹਦੇ ਵਿੱਚ ਔਰਤ ਦਾ ਵੀ ਓਨਾ ਹੀ ਰੋਲ ਹੈ ਇੰਡੀਆ ਦੀ ਡਿਵੈਲਪਮੈਂਟ ਦੇ ਵਿੱਚ। ਸਮਾਜਿਕ ਕੁਰੀਤੀਆਂ ਚਾਹੇ ਉਹ ਫੀਮੇਲ ਇਨਫੈਂਟੀਸਾਈਡ ਹੈ, ਫੀਟੀਸਾਈਡ ਹੈ, ਪੋਲੀਗੈਮੀ ਹੈ, ਕਿਉਂਕਿ ਇਹ ਸਭ ਚੀਜ਼ਾਂ ਜਦੋਂ ਸਹੀ ਹੋਣਗੀਆਂ ਤੇ ਬਿਲਕੁਲ ਇੱਕ ਇਹੋ ਜਿਹਾ ਇੰਡੀਆ ਬਣੇਗਾ। ਔਰ ਅੱਜ ਮੈਂ ਕਹਿੰਦੀ ਹਾਂ ਕਿ ਜਿਸ ਤਰੀਕੇ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ ਇਹ ਬਿਲਕੁਲ ਇਹ ਪ੍ਰੂਫ ਹੈ ਕਿ ਔਰਤ ਜਿਹੜੀ ਹੈ ਅੱਜ ਮਰਦ ਦੇ ਨਾਲ ਮੋਢਾ ਲਾ ਕੇ ਜਿਹੜਾ ਹੈ ਹਰ ਪਹਿਲੂ ਦੇ ਵਿੱਚ ਅਗਾਂਹ ਵਧ ਰਹੀ ਹੈ। ਔਰ ਸ਼ਾਇਦ ਇਹੀ ਰੀਜ਼ਨ ਹੈ ਕਿ ਸਾਡਾ ਹਿੰਦੁਸਤਾਨ ਜਿਹੜਾ ਹੈ ਆਪਣੀ ਤਰੱਕੀਆਂ ਤੇ ਭੁੱਖ-ਬੂ ਚੱਲ ਰਿਹਾ ਹੈ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਜਦੋਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਹੋਰਾਂ ਨੇ ਭਾਰਤ ਦੇ ਸੰਵਿਧਾਨ ਦੀ ਰਚਨਾ ਕੀਤੀ ਹੈ ਤਾਂ ਕਮੇਟੀ ਦੇ ਵਿੱਚ ਲੇਡੀਜ਼ ਵੀ ਨੇ, ਬਿਲਕੁਲ ਔਰਤਾਂ ਵੀ ਨੇ ਜਿਹੜੀਆਂ ਖੋਜ ਕਰਦੀਆਂ ਨੇ ਸੰਵਿਧਾਨ ਵਾਸਤੇ ਔਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੂੰ ਸਹਾਇਤਾ ਦਿੰਦੀਆਂ ਨੇ ਸੰਵਿਧਾਨ ਬਣਾਉਣ ਦੇ ਵਿੱਚ। ਉਹਨਾਂ ਦਾ ਜ਼ਿਕਰ ਕੀਤੇ ਬਿਨਾਂ ਭਾਰਤ ਦੇ ਸੰਵਿਧਾਨ ਦਾ ਇਤਿਹਾਸ ਪੂਰਾ ਨਹੀਂ ਹੋ ਸਕਦਾ, ਕਿਉਂਕਿ ਉਹਨਾਂ ਦਾ ਪੂਰਾ ਯੋਗਦਾਨ ਹੈ। ਪੂਰੀਆਂ ਇਸਤਰੀਆਂ ਦੀ ਕਮੇਟੀ ਹੈ ਜਿਹੜੀ ਨਾਲ ਸਹਿਯੋਗ ਕਰਦੀ ਪਈ ਹੈ। ਸੋ ਸਾਨੂੰ ਆਜ਼ਾਦੀ ਮਿਲ ਗਈ, ਕੁਇਟ ਇੰਡੀਆ ਮੂਵਮੈਂਟ ਤੋਂ ਬਾਅਦ ਸਾਨੂੰ ਆਜ਼ਾਦੀ ਮਿਲਦੀ ਹੈ, ਕਿਉਂਕਿ ਬ੍ਰਿਟਿਸ਼ ਗਵਰਨਮੈਂਟ ਉਸ ਕੰਡੀਸ਼ਨ 'ਚ ਨਹੀਂ ਰਹਿ ਜਾਂਦੀ, ਉਸ ਹਾਲਤ 'ਚ ਨਹੀਂ ਰਹਿ ਜਾਂਦੀ ਕਿ ਕਲੋਨੀਜ਼ ਨੂੰ ਸੰਭਾਲ ਸਕੇ, ਇਸ ਕਰਕੇ ਉਹ ਆਜ਼ਾਦ ਕਰਦੀ ਹੈ। 1947 ਨੂੰ ਅਸੀਂ ਆਜ਼ਾਦੀ ਹਾਸਿਲ ਕਰਦੇ ਹਾਂ। ਆਜ਼ਾਦੀ ਤੋਂ ਬਾਅਦ ਸਰੋਜਨੀ ਨਾਇਡੂ ਕਿੱਥੇ ਖੜੇ ਨੇ, ਕਿਹੜੀਆਂ ਪੋਜੀਸ਼ਨਸ ਤੇ ਨੇ, ਉਦੋਂ ਕੀ ਯੋਗਦਾਨ ਹੈ, ਕਿਉਂਕਿ ਉਦੋਂ ਸਭ ਤੋਂ ਵੱਡਾ ਯੋਗਦਾਨ ਚਾਹੀਦਾ ਹੈ। ਉਹ ਸਾਰਾ ਤਜਰਬਾ ਹੁਣ ਇੱਥੇ ਕੰਮ ਹੋਣਾ ਹੈ। ਹਾਂਜੀ, ਇਸ ਨੂੰ ਮੈਨੂੰ ਸਮਝਾਉਣ ਲਈ ਥੋੜੀ ਜਿਹੀ ਮੈਂ ਗੱਲ ਇਹ ਕਰਾਂਗੀ। ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਤੇ ਜਦੋਂ ਆਪਾਂ ਲਿਟਰੇਸੀ ਦੀ ਗੱਲ ਕਰਦੇ ਹਾਂ ਤੇ ਮੈਨੂੰ ਲੱਗਦਾ ਹੈ ਹਾਰਡਲੀ 1% ਲੋਕ ਜਿਹੜੇ ਨੇ ਉਹ ਲਿਟਰੇਟ ਸੀ, ਪੜ੍ਹੇ ਲਿਖੇ ਸਨ। ਸੋ ਇਹ ਜਿਹਾ ਸਮਾਜ ਜਿਹਦੇ ਵਿੱਚ ਅਜੇ ਵੀ ਸਮਾਜਿਕ ਬੁਰਾਈਆਂ ਜਿਹੜੀਆਂ ਨੇ ਉਹ ਦੂਰ ਨਹੀਂ ਹੋਈਆਂ, ਉਹਦੇ ਵਿੱਚ ਸਰੋਜਨੀ ਨਾਇਡੂ ਇੱਕ ਇਹੋ ਜਿਹੇ ਵੂਮਨ ਇੰਪਾਵਰਮੈਂਟ ਦੇ ਚਿੰਨ੍ਹ ਬਣ ਕੇ ਆਉਂਦੇ ਨੇ। ਉਹਨਾਂ ਨੂੰ ਪਹਿਲਾ ਵੂਮਨ ਗਵਰਨਰ ਜਿਹੜਾ ਹੈ ਇੰਡੀਆ ਦੀ ਸਟੇਟ ਜੋ ਅੱਜ ਦੀ ਉੱਤਰ ਪ੍ਰਦੇਸ਼ ਹੈ ਉਸ ਦੇ ਤੌਰ ਤੇ ਨਿਵਾਜਿਆ ਜਾਂਦਾ ਹੈ। ਸੋ ਇੰਡੀਪੈਂਡੈਂਟ ਇੰਡੀਆ ਦੇ ਵਿੱਚ ਗਵਰਨਰ ਦੇ ਤੌਰ ਤੇ ਬਣਾਏ ਜਾਣਾ ਇੱਕ ਲੇਡੀ ਨੂੰ, ਮੈਨੂੰ ਲੱਗਦਾ ਹੈ ਇਹ ਸਭ ਤੋਂ ਵੱਡਾ ਯੋਗਦਾਨ ਹੈ, ਕਿਉਂਕਿ ਲੀਡਰ ਉਹ ਹੈ ਜੋ ਸਿਰਫ ਆਪ ਨਹੀਂ ਕੰਮ ਕਰਦਾ ਬਲਕਿ ਆਉਣ ਵਾਲੀ ਪੀੜ੍ਹੀਆਂ ਨੂੰ ਵੀ ਰਾਹ ਦਿਖਾਉਂਦਾ ਹੈ। ਸੋ ਇੱਕ ਤਰੀਕੇ ਨਾਲ ਪਹਿਲੀ ਲੇਡੀ ਗਵਰਨਰ ਬਣ ਕੇ ਉਹਨਾਂ ਨੇ ਆਉਣ ਵਾਲੇ ਜਿਹੜੀ ਔਰਤਾਂ ਨੇ ਉਹਨਾਂ ਨੂੰ ਵੀ ਹੌਸਲਾ ਦਿੱਤਾ ਕਿ ਤੁਸੀਂ ਘੱਟ ਨਹੀਂ ਹੋ, ਚਾਹੇ ਤੁਸੀਂ ਘਰਾਂ ਦੇ ਵਿੱਚ ਰਹਿ ਕੇ ਤੁਸੀਂ ਸਾਰਾ ਕੰਮ ਕਾਜ ਕਰਦੇ ਹੋ, ਬਟ ਬਾਹਰ ਦੀ ਦੁਨੀਆ ਜਿਹੜੀ ਹੈ ਉਹ ਵੀ ਤੁਹਾਡੀ ਉਡੀਕ ਕਰ ਰਹੀ ਹੈ। ਮੈਂ ਜਦੋਂ ਤੁਸੀਂ ਇਨਸੀਡੈਂਟ ਦੀ ਗੱਲ ਕਰ ਰਹੇ ਹੋ, ਦੇਖੋ ਸਰੋਜਨੀ ਨਾਇਡੂ ਜਦੋਂ ਜੇਲ੍ਹ ਦੇ ਵਿੱਚ ਸੀਗੇ, ਚਾਹੇ ਉਹ 1930 ਵਿੱਚ, 31 ਦੇ ਵਿੱਚ, 42 ਦੇ ਵਿੱਚ, ਉਦੋਂ ਜੇਲ੍ਹ ਕੋਈ ਅੱਜ ਦੀ ਜੇਲ੍ਹ ਨਹੀਂ ਹੁੰਦੀ ਸੀ। ਜਿਵੇਂ ਕੋਈ ਪੈਲੇਸ, ਜਿਵੇਂ ਆਗਾ ਖਾਨ ਪੈਲੇਸ ਦੇ ਵਿੱਚ ਉਹਨਾਂ ਨੂੰ ਕਨਫਾਈਨਮੈਂਟ ਕੀਤੀ ਗਈ। ਉੱਥੇ ਉਹਨਾਂ ਦਾ ਦੇਖੋ ਮੁੱਖ ਰੋਲ ਕੀ ਹੈ ਕਿ ਉਹ ਟੇਬਲ ਲਾਉਂਦੇ ਸੀ ਤੇ ਜਿੰਨੇ ਵੀ ਉੱਥੇ ਪੋਲੀਟੀਕਲ ਲੀਡਰ ਸੀ ਉਹਨਾਂ ਦੇ ਖਾਣ ਪੀਣ ਦਾ ਪੂਰਾ ਖਿਆਲ ਰੱਖਦੇ ਸੀ। ਸੋ ਨਾ ਕੇਵਲ ਇੱਕ ਪੋਲੀਟੀਕਲ ਲੀਡਰ ਨੇ, ਬਟ ਉਹ ਜਿਹੜੀ ਔਰਤ ਦੇ ਵਿੱਚ ਇੱਕ ਕੇਅਰ ਕਰਨ ਵਾਲੀ ਭਾਵਨਾ ਹੈ ਉਹਨਾਂ ਦੇ ਵਿੱਚ ਸੀ। ਉੱਥੇ ਜੇਲ੍ਹਾਂ ਦੇ ਵਿੱਚ ਬੈਠ ਕੇ ਵੀ ਜਿਹੜਾ ਨੇ ਉਹ ਆਪਣੇ ਨਹਾ ਧੋ ਕੇ ਆਪਣੇ ਗਾਰਡਨ ਦੇ ਵਿੱਚ ਬੈਠ ਕੇ ਪੋਇਟਰੀ ਲਿਖਦੇ ਸਨ। ਸੋ ਗਵਰਨਰ ਬਣਨਾ ਇੱਕ ਤਰੀਕੇ ਨਾਲ ਹਿੰਦੁਸਤਾਨ ਦੇ ਔਰਤ ਨੂੰ ਇਹ ਮੈਸੇਜ ਦੇਣਾ ਕਿ ਜਿੱਥੇ ਔਰਤ ਦਾ ਕੰਮ ਘਰਾਂ ਦੇ ਵਿੱਚ ਆਪਣੇ ਪਰਿਵਾਰ ਦਾ ਰਕਸ਼ਾ ਕਰਨਾ ਹੈ, ਉਹਨਾਂ ਦੀ ਕੇਅਰ ਕਰਨਾ ਹੈ, ਉਹ ਵੀ ਕੰਮ ਔਰਤ ਦਾ ਹੈ। ਲੇਕਿਨ ਔਰਤ ਜਿਹੜੀ ਹੈ ਘਰ ਦਾ ਕੰਮ ਕਰਨ ਦੇ ਨਾਲ ਜਿਹੜੀ ਹੈ ਦੇਸ਼ ਦੇ ਨਿਰਮਾਣ ਦੇ ਵਿੱਚ ਬਖੂਬੀ ਰੋਲ ਜਿਹੜਾ ਹੈ ਉਹ ਪਲੇ ਕਰ ਸਕਦੀ ਹੈ। ਜੀ, ਭਾਰਤ ਦੇ ਇਤਿਹਾਸ ਦੇ ਵਿੱਚ ਸਭ ਤੋਂ ਪਹਿਲੀ ਮਹਿਲਾ ਗਵਰਨਰ ਯੂਪੀ ਦੇ ਵਿੱਚ ਬਿਲਕੁਲ ਸਰੋਜਨੀ ਨਾਇਡੂ ਬਣੇ ਨੇ। ਔਰ ਉਸ ਤੋਂ ਪਹਿਲਾਂ ਵੀ ਜਦੋਂ ਆਜ਼ਾਦ ਨਹੀਂ ਹੋਏ 1925 ਦੇ ਵਿੱਚ ਵੀ ਉਹ ਕਾਂਗਰਸ ਦੇ ਪ੍ਰੈਜ਼ੀਡੈਂਟ ਬਣੇ ਨੇ, ਇੰਡੀਅਨ ਨੈਸ਼ਨਲ ਕਾਂਗਰਸ ਦੇ ਪਹਿਲੀ ਮਹਿਲਾ ਪ੍ਰੈਜ਼ੀਡੈਂਟ। ਇਹ ਵੀ ਉਹਨਾਂ ਨੇ ਅਹੁਦਾ ਸੰਭਾਲਿਆ। ਲੀਡਰਸ਼ਿਪ ਦੇ ਗੁਣ ਕਿੱਦਾਂ ਦੇ ਲੱਗਦੇ ਨੇ ਜਦੋਂ ਇਹ ਗਵਰਨਰ ਬਣਦੇ ਨੇ, ਪ੍ਰੈਜ਼ੀਡੈਂਟ ਬਣਦੇ ਨੇ? ਲੀਡਰ ਜਿਹੜਾ ਹੈ, ਮੈਂ ਸਰ ਇੱਕ ਹੁੰਦੇ ਆ ਲੀਡਰ, ਜਿਵੇਂ ਆਪਾਂ ਡਿਕਟੇਟਰ ਹੈ, ਮੈਂ ਹਿਸਟਰੀ ਦੇ ਵਿੱਚ ਨਾਮ ਨਹੀਂ ਦੇਵਾਂਗੀ, ਪਰ ਇੱਕ ਹੁੰਦਾ ਹੈ ਡਿਕਟੇਟਰ। ਪਰ ਸਰੋਜਨੀ ਨਾਇਡੂ ਨੂੰ ਆਪਾਂ ਡਿਕਟੇਟਰ ਨਹੀਂ ਕਹਿ ਸਕਦੇ, ਕਿਉਂਕਿ ਉਹਨਾਂ ਦੀ ਲੀਡਰਸ਼ਿਪ ਕੁਝ ਇੰਜ ਤਰ੍ਹਾਂ ਦੀ ਸੀ ਕਿ ਸਭ ਨੂੰ ਨਾਲ ਲੈ ਕੇ ਤੁਸੀਂ ਵੀ ਮੇਰੇ ਨਾਲ ਚੱਲੋ, ਮੇਰੇ ਆਈਡੀਓਲੋਜੀ ਦੇ ਨਾਲ ਜੁੜੋ, ਤਾਂ ਕਿ ਅਸੀਂ ਮਿਲ ਕੇ ਇੱਕ ਇਹੋ ਜਿਹੇ ਦੇਸ਼ ਦਾ ਨਿਰਮਾਣ ਕਰੀਏ ਜਿਸ ਉੱਤੇ ਸਾਰਾ ਵਿਸ਼ਵ ਜਿਹੜਾ ਹੈ ਉਹ ਉਸ 'ਤੇ ਮਾਣ ਕਰ ਸਕੇ। ਸੋ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਲੋਕਾਂ ਦਾ ਸਾਥ,
कोई वो अपने आप ਨੂੰ ਐ ਨਹੀਂ ਸੀ ਕਿ ਜਿਹੜਾ ਉਹਨਾਂ ਨੇ ਕਹਿਤਾ ਤੇ ਉਸ ਨੂੰ ਉਸ ਤਰੀਕੇ ਨਾਲ ਕਰਨਗੇ। ਔਰ ਜਿੱਥੇ ਵੀ ਉਹ ਜਾਂਦੇ ਸੀ ਆਪਣੇ ਲੀਡਰਸ਼ਿਪ ਦੇ ਰਾਹੀਂ ਪਹਿਲਾਂ ਲੋਕਾਂ ਨੂੰ ਜਾਗਰਿਤ ਕਰਦੇ ਸੀ, ਉਹਨਾਂ ਨੂੰ ਆਪਣੇ ਨਾਲ ਜੋੜਦੇ ਸਨ ਔਰ ਇਸ ਤਰੀਕੇ ਦੇ ਨਾਲ ਜਿਹੜੀ ਹੈ ਚਾਹੇ ਉਹ ਗਵਰਨਰ ਬਣੇ। ਹਾਲਾਂਕਿ ਗਵਰਨਰ ਸਰ ਮੈਂ ਇਹ ਕਹੂੰਗੀ ਕਿ ਉਹਨਾਂ ਦੀ ਟਾਈਮ ਜਿਹੜਾ ਹੈ ਬੜਾ ਘੱਟ ਰਿਹਾ, 2 ਸਾਲ ਹੀ ਰਹੇ ਕਿਉਂਕਿ 2 ਮਾਰਚ 1949 ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਪਰ ਹੋ ਸਕਦਾ ਹੈ ਜੇ ਉਹ ਕੁਝ ਚਿਰ ਸਾਨੂੰ ਜਿਹੜਾ ਹੈ ਰੱਬ ਉਹਨਾਂ ਨੂੰ ਥੋੜ੍ਹੀ ਦੇਰ ਹੋਰ ਰੱਖ ਜਾਂਦੇ ਤੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਹਿੰਦੁਸਤਾਨ ਦਾ ਇਤਿਹਾਸ ਜਿਹੜਾ ਹੈ ਉਹ ਕੁਝ ਵੱਖਰਾ ਜ਼ਰੂਰ ਹੁੰਦਾ, ਕੁਝ ਹੋਰ ਚੀਜ਼ਾਂ ਸਰੋਜਨੀ ਨਾਇਡੂ ਜ਼ਰੂਰ ਕਰਕੇ ਜਾਂਦੇ। ਕਿਹਾ ਜਾਂਦਾ ਨਾ ਕਿ ਪ੍ਰੈਕਟਿਸ ਵਟ ਯੂ ਪ੍ਰੀਚ, ਜੋ ਤੁਸੀਂ ਲੋਕਾਂ ਨੂੰ ਨਸੀਹਤ ਦਿੰਦੇ ਹੋ ਖੁਦ ਵੀ ਆਪਣੇ ਜੀਵਨ 'ਚ ਉਤਾਰੋ, ਅਮਲ ਵਿੱਚ ਲਿਆਓ, ਖੁਦ ਵੀ ਉਹ ਕਰਕੇ ਦਿਖਾਓ। ਤੇ ਸਰੋਜਨੀ ਨਾਇਡੂ ਉਹ ਕਰਕੇ ਦਿਖਾਉਂਦੇ ਸੀ ਜੋ ਕਹਿੰਦੇ ਸੀ। ਬਿਲਕੁਲ ਬਿਲਕੁਲ। ਅੱਜ ਦੇ ਜ਼ਮਾਨੇ ਦੇ ਵਿੱਚ ਉਹਨਾਂ ਦੀਆਂ ਸਿੱਖਿਆਵਾਂ, ਉਹਨਾਂ ਦਾ ਜੀਵਨ, ਉਹਨਾਂ ਦਾ ਸੰਦੇਸ਼ ਕਿੰਨਾ ਢੁਕਵਾਂ ਹੈਗਾ ਸਾਡੇ ਅੱਜ ਦੇ ਭਾਰਤ ਵਾਸਤੇ, ਨੌਜਵਾਨ ਪੀੜ੍ਹੀ ਵਾਸਤੇ। ਦੇਖੋ ਉਹਨਾਂ ਦੀ ਜੇ ਮੈਂ ਇੱਕ ਕੋਟ ਤੁਹਾਡੇ ਨਾਲ ਸ਼ੇਅਰ ਕਰਾਂ, ਮੈਨੂੰ ਲੱਗਦਾ ਉਹਨਾਂ ਦਾ ਮੈਸੇਜ ਜਿਹੜਾ ਹੈ ਉਸੇ ਵਿੱਚ ਆ ਜਾਂਦਾ ਹੈ, ਇੰਡੀਅਨਸ ਫਰਸਟ, ਇੰਡੀਅਨਸ ਲਾਸਟ, ਇੰਡੀਅਨਸ ਆਲਵੇਜ਼। ਮਤਲਬ ਉਹ ਦੇਸ਼ ਪ੍ਰੇਮ ਦੀ ਜਿਹੜੀ ਭਾਵਨਾ ਹੈ ਕਿ ਪਹਿਲਾ ਹਿੰਦੁਸਤਾਨੀ, ਆਖੀਰ ਵਿੱਚ ਹਿੰਦੁਸਤਾਨੀ ਤੇ ਹਰ ਵਾਰ ਹਰ ਵਕਤ ਹਿੰਦੁਸਤਾਨੀ। ਸੋ ਉਹਨਾਂ ਦਾ ਮੈਸੇਜ ਇਹੀ ਹੈ ਕਿ ਆਪਣੇ ਦੇਸ਼ ਦੇ ਲਈ ਜਿਹੜਾ ਹੈ ਕੁਰਬਾਨ ਹੋਣ ਲਈ ਤਿਆਰ ਹੋ ਜਾਓ। ਕੁਰਬਾਨੀ ਸਿਰਫ ਜਿਹੜਾ ਹੈ ਉਹ ਇਸ ਤਰੀਕੇ ਨਾਲ ਨਹੀਂ ਹੈ ਕਿ ਆਪਣੀ ਜਾਨ ਦੇ ਦਿਓ, ਆਪਣਾ ਵਕਤ ਆਪਣੇ ਦੇਸ਼ ਦੇ ਲਈ ਕਰੋ, ਆਪਣੀ ਦੇਸ਼ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਰੱਖੋ। ਇਹ ਨਾ ਸੋਚੋ ਕਿ ਤੁਸੀਂ ਔਰਤ ਹੋ, ਤੁਸੀਂ ਕਿਸੇ ਚੀਜ਼ ਤੋਂ ਘੱਟ ਹੋ, ਇਹ ਨਹੀਂ। ਸੋ ਇੱਕ ਤਰੀਕੇ ਨਾਲ ਅੱਜ ਦੇ ਯੂਥ ਨੂੰ ਉਹ ਇਹੀ ਕਹਿੰਦੇ ਹੈ ਕਿ ਆਪਣੇ ਦੇਸ਼ ਦੇ ਨਿਰਮਾਣ, ਆਪਣੇ ਦੇਸ਼ ਦੀ ਤਰੱਕੀ ਦੇ ਵਿੱਚ ਵੱਧ ਚੜ ਕੇ ਹਿੱਸਾ ਲਓ। ਇਹੀ ਉਹਨਾਂ ਦਾ ਮੈਸੇਜ ਜਿਹੜਾ ਹੈ ਯੂਥ ਦੇ ਲਈ ਹੈ। ਔਰ ਸਮਾਜਿਕ ਬੁਰਾਈਆਂ ਦੇ ਉੱਤੋਂ ਨਿਕਲ ਜਾਓ, ਕਿਉਂਕਿ ਅੱਜ ਵੀ ਆਪਾਂ ਜੇ ਗੱਲ ਕਰੀਏ ਕਿ ਸਮਾਜਿਕ ਬੁਰਾਈਆਂ ਬਿਲਕੁਲ ਖਤਮ ਹੋ ਗਈਆਂ ਤੇ ਮੈਂ ਸੋਚਾਂਗੀ ਕਿ ਇਹ ਨਹੀਂ ਹੈ। ਅੱਜ ਵੀ ਆਪਣੇ ਸਮਾਜ ਦੇ ਵਿੱਚ ਬਹੁਤ ਸਾਰੀ ਬੁਰਾਈਆਂ ਹੈ, ਚਾਹੇ ਆਪਾਂ ਕਹਿੰਦੇ ਹਾਂ ਕਿ ਔਰਤ ਬੜੀ ਜਿਹੜੀ ਹੈ ਇੰਪੋਰਟੈਂਟ ਹੋ ਗਈ ਹੈ, ਪਰ ਉਹ ਜ਼ਿਆਦਾਤਰ ਅਰਬਨ ਏਰੀਆਜ਼ ਦੇ ਵਿੱਚ ਹੈ, ਰੂਰਲ ਏਰੀਆਜ਼ ਦੇ ਵਿੱਚ ਅਜੇ ਵੀ ਇਸ ਤਰੀਕੇ ਦੀ ਕ੍ਰਾਂਤੀ ਜਿਹੜੀ ਹੈ ਉਹ ਹੋਈ ਜਾ ਰਹੀ ਹੈ। ਸੋ ਇਸ ਤਰੀਕੇ ਦਾ ਸੰਦੇਸ਼ ਜਿਹੜਾ ਹੈ ਉਹ ਅੱਜ ਦੇ ਔਰਤ, ਅੱਜ ਦੇ ਭਾਰਤ ਦੇ ਵਾਸੀਆਂ ਦੇ ਲਈ ਉਹ ਦੇ ਕੇ ਜਾਂਦੇ ਨੇ। ਬਿਲਕੁਲ ਸਹੀ ਗੱਲ ਕਹਿੰਦੇ ਹੋ, ਕਿਉਂਕਿ ਕਈ ਇਲਾਕੇ ਇੱਦਾਂ ਦੇ ਨੇ ਜਿੱਥੇ ਕਿਸੇ ਨੂੰ ਕੁਝ ਪਤਾ ਹੀ ਨਹੀਂ, ਉਹ ਸਦੀਆਂ ਤੋਂ ਪੁਰਾਣੀਆਂ ਉਹੀ ਰਵਾਇਤਾਂ ਚੱਲੀਆਂ ਜਾ ਰਹੀਆਂ ਨੇ। ਇੱਥੇ ਅਸੀਂ ਜਦੋਂ ਗੱਲ ਕਰਦੇ ਹਾਂ ਮਨੁੱਖੀ ਅਧਿਕਾਰਾਂ ਦੀ, ਹਿਊਮਨ ਰਾਈਟਸ ਦੀ, ਉਹਦੇ ਬਾਰੇ ਇੱਕ ਬਰੀਫ ਜਿਹਾ 2-4 ਲਾਈਨਾਂ ਦੇ ਵਿੱਚ ਦੱਸੋ ਕਿ ਅੱਜ ਦੇ ਭਾਰਤ ਦੇ ਵਿੱਚ ਹਿਊਮਨ ਰਾਈਟਸ ਨੂੰ ਸਰੋਜਨੀ ਨਾਇਡੂ ਜੀ ਦੇ ਪਰਸਪੈਕਟਿਵ ਤੋਂ, ਉਹਨਾਂ ਦੀ ਸੋਚ ਦੇ ਮੁਤਾਬਿਕ ਕਿੱਦਾਂ ਦੇਖ ਸਕਦੇ ਹਾਂ? ਜਦੋਂ ਆਪਾਂ ਹਿਊਮਨ ਰਾਈਟਸ, ਬੇਸਿਕ ਹਿਊਮਨ ਰਾਈਟਸ ਦੀ ਜਦੋਂ ਉਹ ਗੱਲ ਕਰਦੇ ਨੇ ਤੇ ਜਦੋਂ ਆਪਾਂ ਫਰੀडम ਸਟਰਗਲ ਦੀ ਵੀ ਗੱਲ ਕਰਦੇ ਹਾਂ, ਉੱਥੇ ਇਹ ਸਾਰੇ ਜਿਹੜੇ ਰਾਈਟਸ ਨੇ, ਕਿਉਂਕਿ ਇੰਜ ਨਹੀਂ ਸੀ ਕਿ ਬ੍ਰਿਟਿਸ਼ਰਸ ਕੋਈ ਚੰਗਾ ਕੰਮ ਨਹੀਂ ਕਰਦੇ ਸੀ, ਬਿਲਕੁਲ ਕਰਦੇ ਸੀ। ਉਹਨਾਂ ਨੇ ਸੜਕਾਂ ਦਾ ਨਿਰਮਾਣ ਕੀਤਾ, ਕੈਨਾਲਸ ਦਾ ਨਿਰਮਾਣ ਕੀਤਾ, ਬਟ ਜਿਹੜਾ ਆਪਾਂ ਇੱਕ ਹਿਊਮਨ ਰਾਈਟ ਕਹਿੰਦੇ ਹਾਂ ਟੂ ਲਿਵ ਫਰੀਲੀ, ਉਸ ਦੀ ਗੱਲਬਾਤ ਜਿਹੜੀ ਹੈ ਉਹਨਾਂ ਨੇ ਆਪਣੇ ਫਰੀडम ਸਟਰਗਲ ਦੇ ਵਿੱਚ ਕੀਤਾ। ਇੱਕ ਜਿਹੜਾ ਹੈ ਟੂ ਲਿਵ ਔਨ ਯੋਰ ਓਨ ਟਰਮਸ ਜਿਹਨੂੰ ਆਪਾਂ ਕਹਿ ਸਕਦੇ ਹਾਂ, ਔਰ ਆਪਣੇ ਆਈਡੀਓਲੋਜੀ ਦੇ ਉੱਤੇ ਕਰਨਾ, ਸਭ ਧਰਮਾਂ ਨੂੰ ਬਰਾਬਰ ਦਾ ਗੱਲ ਕਰਨੀ, ਕਿਉਂਕਿ ਉਹਨਾਂ ਨੇ ਹਿਊਮਨ ਰਾਈਟਸ ਦੇ ਵਿੱਚੋਂ ਹੀ, ਜਿਵੇਂ ਮੈਂ ਕਹਾਂਗੀ ਕਿ ਹਿੰਦੂ ਮੁਸਲਿਮ ਯੂਨਿਟੀ ਦੀ ਗੱਲ ਕਰਦੇ ਨੇ। ਸੋ ਇਸ ਤਰੀਕੇ ਦੀ ਗੱਲਬਾਤ ਜਿਹੜੀ ਹੈ ਉਹਨਾਂ ਦੇ ਹੱਕਾਂ ਉੱਤੇ ਹੈ। ਬਟ ਮੈਂ ਫਿਰ ਕਹਾਂਗੀ ਕਿ ਇਕੱਲੇ ਹੱਕ ਨਹੀਂ, ਡਿਊਟੀ ਵੀ ਹੈ ਕਿ ਇੱਕ ਹਿੰਦੁਸਤਾਨੀ ਹੋਣ ਦੇ ਨਾਤੇ ਜਿਹੜਾ ਹੈ ਕਿਸ ਤਰੀਕੇ ਦੇ ਡਿਊਟੀਆਂ ਵੀ ਇੱਕ ਹਿੰਦੁਸਤਾਨੀ ਨੂੰ ਹੋਣੇ ਚਾਹੀਦੀਆਂ, ਉਸ ਬਾਰੇ ਵੀ ਉਹਨਾਂ ਦਾ ਜਿਹੜਾ ਹੈ ਬਿਲਕੁਲ ਯੋਗਦਾਨ ਰਿਹਾ ਹੈ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਅੱਜ ਇਸ ਵਿਸ਼ੇਸ਼ ਮੌਕੇ ਦੇ ਉੱਤੇ ਸਰੋਜਨੀ ਨਾਇਡੂ ਜੀ ਬਾਰੇ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿੱਤੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਸੋ ਮਚ। जिंद टिके डोले खान दी हिजर तेरे जिंद रे मारे गल एक भी ना बोली जांदी
गल एक भी ना बोली